संगत नूं वाहिगुरू जी का खालसा वाहिगुरू जी की फतेह। श्री गुरु ग्रंथ साहिब दे अंग नंबर 1373 ते हेठां जाके 171 नंबर ते अंग नंबर 1373 ਅਤੇ ਅੰਕ 171 ਤੋਂ ਬਾਅਦ। ਕਬੀਰ ਕੋਠੀ ਕਾਠ ਕੀ ਤਹਿ ਦਿਸ ਲਾਗੀ ਆਗ, ਪੰਡਿਤ ਪੰਡਿਤ ਜਲ ਮੁਗੇ ਮੂਰਖ ਉਬਰੇ ਭਾਗ। ਇਹਨੂੰ ਭਾਗ ਨਹੀਂ ਬੋਲਣਾ, ਪੰਜਾਬੀ ਤਰ੍ਹਾਂ ਨਹੀਂ ਬੋਲਣਾ, ਹਿੰਦੀ ਦਾ ਸ਼ਬਦ ਹੈ। ਭਾਗ ਹੁੰਦਾ ਦੌੜ ਜਾਣਾ, भाग जाओ भी दौड़ जाओ। कबीर कोठी काठ की दह दिस लागी आग, पंडित पंडित जल मुगे मूर्ख उबरे भाग। काठ हुंदी लकड़ी, लकड़ी दी कोठी है। दह दिस, दह हुंदा 10, दह दिस लागी आग, ਦਸਾਂ ਦਿਸ਼ਾਵਾਂ 'ਚ ਭਾਵ ਸਾਰੇ ਪਾਸੇ ਉਹਨੂੰ ਲੱਗੀ ਅੱਗ। ਪੰਡਿਤ ਪੰਡਿਤ ਜਲ ਮੂਏ, ਜਿਹੜੇ ਵਿਦਵਾਨ ਸਨ ਉਹ ਤਾਂ ਕੋਠੀ 'ਚ ਸੜ ਕੇ ਮਰ ਗਏ। ਮੂਰਖ ਉਭਰੇ ਭਾਗ, ਅਤੇ ਪੰਡਿਤ ਜਿਨ੍ਹਾਂ ਨੂੰ ਮੂਰਖ ਕਹਿੰਦੇ ਸਨ, ਜਦੋਂ ਉਹਨਾਂ ਨੂੰ ਪਤਾ ਲੱਗੀ ਅੱਗ ਲੱਗ ਗਈ ਘਰ ਨੂੰ, ਉਹ ਭੱਜ ਕੇ ਬਚ ਗਏ। ਭਾਗ ਦੌੜ ਕੇ, ਉਭਰੇ ਬਚ ਗਏ। ਭਾਵ ਕੀ ਹੈ ਕਿ ਜਿਹੜੇ ਵਿਦਵਾਨ ਉਦੋਂ ਲੋਕ ਸਨ, ਉਹਨਾਂ ਨੂੰ ਹਉਮੈ ਸੀ ਕਿ ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਵਿਦਵਾਨ ਹਾਂ, ਅਸੀਂ ਹੀ ਸਿਆਣੇ ਹਾਂ। ਦੂਜਿਆਂ ਨੂੰ ਤਾਂ ਮੂਰਖ ਹੀ ਕਹਿੰਦੇ ਸਨ। ਹੁਣ ਕੋਠੀ ਨੂੰ ਲੱਗ ਗਈ ਅੱਗ। ਸਿਆਣਪ ਕੀ ਹੈ ਵੀ ਜੇ ਤੁਸੀਂ ਨਹੀਂ ਬੁਝਾ ਸਕਦੇ ਤਾਂ ਭੱਜ ਕੇ ਬਾਹਰ ਨਿਕਲ ਜਾਓ। ਪਰ ਨਹੀਂ, ਉਹ ਬਹਿਸ, ਉਹ ਵਿਚਾਰ ਕਰਨ ਲੱਗ ਪਏ, ਇਹ ਅੱਗ ਕਿਉਂ ਲੱਗੀ, ਇਹ ਅੱਗ ਕਿਸ ਨੇ ਲਾਈ, ਇਹ ਅੱਗ ਕਿਵੇਂ ਲੱਗੀ। ਉਹ ਇਸੇ 'ਤੇ ਵਿਚਾਰ ਕਰਦੇ ਅੰਦਰ ਸੜ ਗਏ। ਅਤੇ ਜਿਨ੍ਹਾਂ ਨੂੰ ਮੂਰਖ ਕਹਿੰਦੇ ਸਨ, ਉਹਨਾਂ ਨੇ ਸੁਣਿਆ ਹੋਇਆ ਸੀ ਸਿੱਖਿਆ। ਇੱਕ ਹੈ ਸਿੱਖਿਆ ਸੁਣ ਕੇ ਗ੍ਰਹਿਣ ਕਰ ਲੈਂਦਾ, ਦੂਜਾ ਸਿੱਖਿਆ 'ਤੇ ਬਹਿਸ ਕਰਦਾ ਰਹਿੰਦਾ। ਕਈ ਧਾਰਮਿਕ ਗ੍ਰੰਥਾਂ 'ਤੇ ਬਹਿਸ ਕਰਦੇ ਰਹਿੰਦੇ ਨੇ। ਹੁਣ ਸਿੱਖ ਨੇ ਗੁਰਬਾਣੀ 'ਤੇ ਕੋਈ ਬਹਿਸ ਨਹੀਂ ਕਰਨੀ, ਪਰ ਗੁਰਬਾਣੀ ਨੇ ਕਿਹਾ ਇਹਨੂੰ ਮੰਨ ਲੈਣਾ, ਇਹਨੂੰ ਮੰਨ ਲੈਣਾ। ਹੁਣ ਜਿਨ੍ਹਾਂ ਨੂੰ ਪੰਡਿਤ ਮੂਰਖ ਕਹਿੰਦੇ ਸਨ, ਉਹਨਾਂ ਨੇ ਤਾਂ ਗੱਲ ਮੰਨ ਲਈ ਅਤੇ ਉਹਦੇ ਗਏ ਬਚ। ਅਤੇ ਜਿਹੜੇ ਆਪ ਆਪਣੇ ਵਿਦਵਾਨ ਕਹਿੰਦੇ ਸਨ, ਉਹ ਬਹਿਸਾਂ 'ਚ ਪਏ ਰਹੇ ਅਤੇ ਬਰਬਾਦ ਹੋ ਗਏ, ਕਿਸੇ ਸਿਰੇ ਨਹੀਂ ਲੱਗੇ। ਕਿਉਂਕਿ ਸਿਰੇ ਲੱਗਣ ਲਈ ਮੰਨ ਲੈਣਾ ਜ਼ਰੂਰੀ ਹੈ। ਇਹ ਨਹੀਂ ਕਿ ਮੰਨ ਲਓ ਮੈਂ ਸਾਰੀ ਉਮਰ ਗ੍ਰੰਥ ਪੜ੍ਹਦਾ ਰਹਾਂ, ਇਹਦੀ ਕਥਾ ਕਰਦਾ ਰਹਾਂ, ਮੰਨਾਂ ਨਾ ਤਾਂ ਉਹ ਸਾਰੀ ਕੀਤੀ ਮਿਹਨਤ ਮੇਰੀ ਐਵੇਂ ਹੀ ਜਾਵੇਗੀ। ਪੁਰਾਣੇ ਜ਼ਮਾਨੇ 'ਚ ਬਸ ਪੰਡਿਤ ਬਹਿਸਾਂ ਕਰਦੇ ਰਹਿੰਦੇ ਸਨ। ਗਿਆਨ ਦੀ ਹਉਮੈ ਸੀ, ਇੱਕ ਦੂਜੇ ਨੂੰ ਹਰਾਉਣ 'ਤੇ ਲੱਗੇ ਰਹਿੰਦੇ ਸਨ। ਫਿਰ ਹੋਰ ਹੰਕਾਰ ਵੱਧਦਾ ਸੀ ਵੀ ਮੈਂ ਗਿਆਨ ਚਰਚਾ 'ਚ ਪੁਰਾਣੇ ਪੰਡਿਤ ਨੂੰ ਹਰਾ ਦਿੱਤਾ ਹੈ। ਸੋ ਇਸ ਲਈ ਕਈ ਵਾਰ ਜਿਹੜੇ ਸੰਸਾਰਕ ਗਿਆਨੀ ਹੁੰਦੇ ਨੇ, ਕਹਿੰਦੇ ਇਹ ਤਾਂ ਡੁੱਬ ਜਾਂਦੇ ਨੇ, ਜਿਹਨਾਂ ਨੂੰ ਮੂਰਖ ਸਮਝਦੇ ਨੇ ਉਹਨਾਂ ਨੇ ਗੁਰੂ ਦੀ ਗੱਲ ਲਈ ਮੰਨ, ਉਹ ਗਏ ਬਚ। ਬਾਕੀ ਗੁਰਬਾਣੀ 'ਤੇ ਵਿਚਾਰ ਹੀ ਕਰਦੇ ਰਹਿ ਗਏ, ਅਤੇ ਕਈਆਂ ਨੇ ਮੰਨ ਲਿਆ। ਕਿਹਨੇ ਮੰਨ ਲਿਆ? ਇਹ ਤਾਂ ਪੰਡਿਤ ਵਿਦਵਾਨ ਜਿਨ੍ਹਾਂ ਨੂੰ ਮੂਰਖ ਕਹਿੰਦੇ ਸਨ, ਉਹਨਾਂ ਦੇਖਿਆ ਵੀ ਅੱਗ ਲੱਗ ਗਈ ਹੈ, ਉਹ ਤਾਂ ਭੱਜ ਗਏ। ਭਾਵ ਜੋ ਉਹਨਾਂ ਨੇ ਸਿੱਖਿਆ ਪੰਡਤਾਂ ਨੇ ਉਹਨਾਂ ਨੂੰ ਦਿੱਤੀ, ਉਹਨਾਂ ਲਈ ਮੰਨ, ਉਹ ਤਾਂ ਗਏ ਬਚ। ਅਤੇ ਜਿਹੜੇ ਸਿੱਖਿਆ ਦੇਣ ਵਾਲੇ ਸਨ, ਉਹਨਾਂ ਨੇ ਸਿੱਖਿਆ 'ਤੇ ਅਮਲ ਨਾ ਕੀਤਾ, ਇਸ ਲਈ ਬਰਬਾਦ ਹੋ ਗਏ। ਆਹ ਸਮਝਾਉਣ ਤੋਂ ਭਾਵ ਹੈ ਸੀ। ਕਬੀਰ ਸੰਸਾ ਦੂਰ ਕਰ, ਕਾਗਦ ਦੇ ਬਿਹਾਏ, 52 ਅੱਖਰ ਸੋਧ ਕੇ
ਹਰ ਚਰਣੀ ਚਿਤ ਲਾਏ। ਕਾਗਦ ਭਾਵ ਧਾਰਮਿਕ ਗ੍ਰੰਥ। ਉਹ ਧਾਰਮਿਕ ਗ੍ਰੰਥ ਜਿਹੜੇ ਤੇਰੇ ਮਨ ਦਾ ਸੰਸ਼ਾ ਹੀ ਨਹੀਂ ਦੂਰ ਕਰਦੇ, ਇਹ ਜਨ ਪਾਣੀ 'ਚ ਰੋੜ ਦੇ, ਬਹਾ ਦੇਣਾ ਤੇ ਰੋੜ ਦੇਣਾ। ਇਹੋ ਜਿਹੇ ਗ੍ਰੰਥਾਂ ਨੂੰ ਜਿਹੜੇ ਤੇਰੇ ਸੰਸ਼ਾ ਤੇਰਾ ਸ਼ੰਕਾ ਹੀ ਨਹੀਂ ਦੂਰ ਕਰ ਸਕਦੇ, ਚੰਗਾ ਇਹਨਾਂ ਨੂੰ ਪਾਣੀ 'ਚ ਹੀ ਰੋੜ ਦੇ, ਕਿਉਂਕਿ ਸੰਸ਼ਾ ਦੂਰ ਹੋਣਾ ਜ਼ਰੂਰੀ ਹੈ। ਸੰਸ਼ਾ ਹੈ, ਕੋਈ ਫੈਸਲਾ ਨਹੀਂ ਹੋ ਸਕਦਾ। ਜਿਵੇਂ ਮੈਂ ਮੰਨ ਲਓ ਥਾਪਰ ਕਾਲਜ ਕੋਲ ਚਲਿਆ ਗਿਆ, ਹੁਣ ਮੈਂ ਜਾਣਾ ਨਾਭੇ ਨੂੰ, ਉੱਥੋਂ ਇੱਕ ਸੜਕ ਸੱਜੇ ਪਾਸੇ ਨੂੰ ਜਾਂਦੀ ਹੈ, ਇੱਕ ਖੱਬੇ ਪਾਸੇ ਨੂੰ ਜਾਂਦੀ ਹੈ। ਮੰਨ ਲਓ ਉੱਥੇ ਕੋਈ ਬੋਰਡ ਵੀ ਨਹੀਂ ਲੱਗਾ ਅਤੇ ਮੈਨੂੰ ਕੋਈ ਦੱਸਣ ਵਾਲਾ ਨਹੀਂ, ਤਾਂ ਮੇਰੇ ਮਨ 'ਚ ਸੰਸ਼ਾ ਪੈਦਾ ਹੋ ਜਾਊਗਾ ਕਿ ਆਹ ਸੜਕ ਨਾਭੇ ਨੂੰ ਜਾਂਦੀ ਹੈ ਕਿ ਆ ਜਾਂਦੀ ਹੈ। ਸੰਸ਼ਾ ਐਂ ਹੈ ਜਿਵੇਂ ਤੁਸੀਂ ਦੋ ਬੇੜੀਆਂ 'ਚ ਪੈਰ ਰੱਖ ਲਏ, ਅਤੇ ਇੰਗਲਿਸ਼ ਦੀ ਕਹਾਵਤ ਹੈ, ਬਿਟਵੀਨ ਟੂ ਸਟੂਲਸ ਯੂ ਆਰ ਸ਼ੋਰ ਟੂ ਫਾਲ ਟੂ ਦਾ ਗਰਾਊਂਡ। ਦੋ ਬੇੜੀਆਂ 'ਚ ਪੈਰ ਰੱਖ ਕੇ ਤੁਸੀਂ ਸਿਰੇ ਨਹੀਂ ਲੱਗ ਸਕਦੇ, ਇੱਕੋ ਬੇੜੀ ਚੜ੍ਹਨਾ ਪਏਗਾ। ਉਹ ਤਾਂ ਹੀ ਹੈ ਜੇ ਸੰਸ਼ਾ ਸਾਡਾ ਦੂਰ ਹੋਵੇ। ਕਹਿੰਦੇ ਜਿਹੜੇ ਧਾਰਮਿਕ ਗ੍ਰੰਥ ਤੁਹਾਡੇ ਅੰਦਰ ਸੰਸ਼ਾ ਪੈਦਾ ਕਰਦੇ, ਤੁਹਾਡਾ ਸੰਸ਼ਾ ਸਗੋਂ ਦੂਰ ਨਹੀਂ ਕਰਦੇ, ਉਹਨਾਂ ਨੂੰ ਰੋੜ ਦੇਣਾ ਚਾਹੀਦਾ। ਬਹਾ ਹਿੰਦੀ ਦਾ ਸ਼ਬਦ ਹੈ, ਰੋੜ ਦੇਣਾ। 52 ਅੱਖਰ ਸੋਧ ਕੇ, ਇਹ ਸੰਸਕ੍ਰਿਤ ਹਿੰਦੀ ਦੇ 52 ਅੱਖਰ ਗਿਣੇ ਗਏ ਹਨ। ਕਹਿੰਦੇ ਇਹਨਾਂ 52 ਅੱਖਰ 'ਚ ਜਿਵੇਂ ਆਪਣੇ ਸਾਰੀ ਗੁਰਬਾਣੀ 35 ਅੱਖਰਾਂ 'ਚ ਲਿਖੀ ਹੋਈ ਹੈ। ਠੀਕ ਹੈ, ਬਿੰਦੀਆਂ ਲਾ ਕੇ ਵਾਧਾ ਕੀਤਾ, ਪਰ ਬੇਸਿਕਲੀ ਅੱਖਰ ਦੇ 35 ਹੀ ਨੇ। ਜੱਜੇ ਦੇ ਪੈਰ 'ਚ ਬਾਅਦ 'ਚ ਬਿੰਦੀ ਲਾ ਲਈ, ਫੱਫੇ ਦੇ ਲਾ ਲਈ, ਲੱਲੇ ਦੇ ਲਾ ਲਈ, ਕੋਈ ਬਿੰਦੀਆਂ ਬਾਅਦ 'ਚ ਲਾਈਆਂ, ਪਰ ਅੱਖਰ ਉਹੀ ਰਹੇ। ਪੰਜਾਬੀ ਦਾ ਗੁਰਬਾਣੀ ਦਾ ਸਾਰਾ ਗਿਆਨ 35 ਅੱਖਰਾਂ 'ਚ ਹੀ ਹੈ। ਇਸ ਲਈ ਕਹਿ ਤੋ ਇਹਨਾਂ 52 ਅੱਖਰਾਂ ਨੂੰ ਸੋਧ ਕੇ, 52 ਅੱਖਰਾਂ ਦੇ ਵਿੱਚ ਜੋ ਗਿਆਨ ਲਿਖਿਆ ਹੋਇਆ ਹੈ ਉਸ 'ਤੇ ਵਿਚਾਰ ਤੂੰ ਕਰ। ਜਦੋਂ ਬੰਦਾ ਵਿਚਾਰ ਕਰੇਗਾ, ਮਨ ਜਦੋਂ ਤੁਸੀਂ ਗੁਰਬਾਣੀ 'ਤੇ ਵਿਚਾਰ ਕਰਦੇ ਹੋ ਤਾਂ ਤੁਸੀਂ ਕਿਸ ਨਤੀਜੇ 'ਤੇ ਪਹੁੰਚੋਗੇ ਕਿ ਨਾਮ ਜਪਣਾ ਚਾਹੀਦਾ। ਇਹ ਤੱਤ ਸਾਰ, ਸਾਰੀ ਗੁਰਬਾਣੀ ਦਾ ਤੱਤ ਸਾਰ ਹੈ ਵੀ ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਆਹੀ ਦੋ ਗੱਲਾਂ ਨੇ। ਹੁਣ ਮੈਨੂੰ ਕੋਈ ਪੁੱਛੇ ਬਾਬਾ ਜੀ ਸਾਰੇ ਗੁਰੂ ਗ੍ਰੰਥ ਦਾ ਤੱਤ ਸਾਰ ਇੱਕੋ ਲਾਈਨ 'ਚ ਦੱਸੋ, ਤਾਂ ਮੈਂ ਕਹਾਂਗਾ ਭਾਈ ਸ਼ੁਭ ਕਰਮ ਕਰੋ, ਨਾਮ ਜਪੋ। ਸ਼ੁਭ ਕਰਮ ਕਰਨਾ ਲੋਕ ਸੁਖੀ ਹੈ, ਨਾਮ ਜਪਣਾ ਪਰਲੋਕ ਸੁਖੀ ਹੈ। ਲੋਕ ਪਰਲੋਕ ਸੁਖੀ ਹੋਏ ਨੇ ਇਹ ਦੋਨਾਂ ਗੱਲਾਂ ਨਾਲ ਹੀ। ਹੁਣ ਕਹਿੰਦੇ ਫਿਰ ਜਦ 52 ਅੱਖਰਾਂ ਨੂੰ ਸੋਧਿਆ, ਸਾਰਾ ਵਿਚਾਰ ਕੀਤੀ, ਫਿਰ ਪਤਾ ਲੱਗਾ ਵੀ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਲਾਉਣਾ ਚਾਹੀਦਾ, ਆਪਣਾ ਮਨ ਪਰਮਾਤਮਾ ਦੇ ਨਾਮ ਨਾਲ ਜੋੜਨਾ ਚਾਹੀਦਾ। ਹਰ ਚਰਨੀ ਚਿੱਤ ਲਾਏ। ਹੇ ਭਾਈ ਤੂੰ ਹਰੀ ਦੇ ਚਰਨਾਂ ਨਾਲ ਚਿੱਤ ਜੋੜ। ਅਤੇ ਹਰੀ ਦੇ ਚਰਨ ਕੀ ਹੈ? ਹਰੀ ਦਾ ਨਾਮ। ਹਰੀ ਕੋਈ ਵਿਅਕਤੀ ਨਹੀਂ, ਕੋਈ ਪਸ਼ੂ ਪੰਛੀ ਨਹੀਂ ਵੀ ਉਹਦੇ ਐਂ ਪੈਰ ਨੇ। ਗੱਲ ਸਮਝਾਉਣ ਲਈ ਹੁੰਦੀ ਹੈ। ਵਾਰਤਕ 'ਚ ਸਿੱਧੀ ਗੱਲ ਹੁੰਦੀ ਹੈ। ਵਾਰਤਕ ਨੂੰ ਆਪਾਂ ਬਿਨਾਂ ਟੀਚਰ ਤੋਂ ਵੀ ਸਮਝ ਸਕਦੇ ਹਾਂ, ਪਰ ਜਿੱਥੇ ਕਵਿਤਾ ਹੈ, ਮੈਂ ਦੇਖਿਆ ਚਾਹੇ ਪਹਿਲੀ ਦਾ ਜਵਾਕ ਹੈ ਜਾਂ ਐਮ ਏ ਦਾ ਹੈ, ਉਹਨੂੰ ਜਾਂ ਤਾਂ ਗਾਈਡ ਦੀ ਮਦਦ ਲੈਣੀ ਪਵੇਗੀ ਜਾਂ ਕਿਸੇ ਟੀਚਰ ਦੀ ਮਦਦ ਲੈਣੀ ਪਵੇ, ਤਾਂ ਉਹਨੂੰ ਕਵਿਤਾ ਸਮਝ ਆਵੇਗੀ। ਹੁਣ ਮੰਨ ਲਓ ਮੈਂ ਅਰਥ ਕਰ ਰਿਹਾ, ਇਹਨਾਂ ਅਰਥਾਂ ਨੂੰ ਕੋਈ ਲਿਖ ਦਿੰਦਾ ਹੈ ਅੱਜ ਦੀ ਪੰਜਾਬੀ 'ਚ, ਤੁਸੀਂ ਆਰਾਮ ਨਾਲ ਉਹਨੂੰ ਪੜ੍ਹ ਸਕਦੇ ਹੋ ਸਿੱਧੇ। ਪਰ ਕਿਉਂਕਿ ਇਹ ਕਵਿਤਾ ਹੈ, ਕਵਿਤਾ ਦੇ ਇੱਕ ਸਿੱਧੇ ਅਰਥ ਹੁੰਦੇ ਨੇ, ਇੱਕ ਭਾਵ ਅਰਥ ਹੁੰਦੇ ਨੇ। ਭਾਵ ਅਰਥ ਹੁੰਦੇ ਨੇ। ਹੁਣ ਦੇਖੋ ਗੁਰਬਾਣੀ ਲਿਖਿਆ ਲੇਲੇ ਕੋ ਚੂੰਗਾ ਨਿਤ ਭੇੜ। ਗੁਰਬਾਣੀ ਲਿਖਿਆ ਲੇਲੇ ਕੋ ਚੂੰਗਾ ਨਿਤ ਭੇੜ। ਭੇੜ ਰੋਜ਼ ਲੇਲੇ ਨੂੰ ਚੁੰਗਦੀ ਹੈ ਨਾ। ਉਲਟ ਲੇਲਾ ਭੇਡ ਨੂੰ ਚੁੰਗਦਾ
ਪਰ ਗੁਰਬਾਣੀ ਕਹਿੰਦੀ ਭੇਡ ਲੇਲੇ ਨੂੰ ਚੁੰਗ ਰਹੀ ਹੈ। ਸਿੱਧੇ ਅਰਥ ਨਾਲ ਨਹੀਂ ਗੱਲ ਬਣੇਗੀ, ਦੇਖਣ ਨੂੰ ਗਲਤ ਗੱਲ ਲੱਗੇਗੀ। ਲੇਲੇ ਕੋ ਚੁੰਗੈ ਨਿਤ ਭੇਡ, ਭੇਡ ਲੇਲੇ ਨੂੰ ਚੁੰਗ ਰਹੀ ਹੈ, ਗਲਤ ਹੈ ਨਾ। ਲੇਲਾ ਭੇਡ ਨੂੰ ਚੁੰਗਦਾ ਹੈ, ਇਹਦਾ ਮਤਲਬ ਇਹਦੇ ਵਿੱਚ ਕੋਈ ਰਮਜ਼ ਹੈ। ਬਈ ਲੇਲਾ ਕੌਣ ਹੈ ਤੇ ਭੇਡ ਕੌਣ ਹੈ? ਲੇਲਾ ਹੈ ਮਨ, ਭੇਡ ਹੈ ਮਾਇਆ। ਇਹ ਮਨ ਮਾਇਆ ਦੇ ਮਗਰ ਲੱਗਾ ਹੋਇਆ ਹੈ, ਮਨ ਮਾਇਆ ਦੇ ਮਗਰ ਲੱਗਾ ਹੋਇਆ। ਇਸ ਲਈ ਉਹ ਫਿਰ ਸਮਝਾਉਣਾ ਪੈਂਦਾ ਸਿੱਧਾ। ਕਵਿਤਾ ਦੇ ਵਿੱਚ ਸਿੱਧੇ ਅਰਥ ਅਤੇ ਭਾਵ ਅਰਥ ਫਰਕ ਹੁੰਦਾ ਹਮੇਸ਼ਾ। ਸੋ ਉਹ ਕਹਿੰਦੇ ਭਾਈ 52 ਅੱਖਰਾਂ ਦੇ ਵਿੱਚ ਜੋ ਗਿਆਨ ਲਿਖਿਆ ਉਸ ਨੂੰ ਸੋਧ ਕੇ ਉਸ 'ਤੇ ਵਿਚਾਰ ਕਰਕੇ ਹਰ ਚਰਨੀ ਚਿੱਤ ਲਾਏ। ਤੂੰ ਹਰੀ ਦੇ ਚਰਨਾਂ ਨਾਲ ਚਿੱਤ ਜੋੜ। ਅਤੇ ਮੈਂ ਇਹ ਦੱਸ ਰਿਹਾ ਵੀ ਹਰੀ ਦੇ ਚਰਨ ਨਹੀਂ ਹੁੰਦੇ। ਹਰੀ ਕੋਈ ਬੰਦਾ ਨਹੀਂ, ਕੋਈ ਜਾਨਵਰ ਨਹੀਂ, ਕੋਈ ਪਸ਼ੂ ਨਹੀਂ, ਕੋਈ ਪੈਰ ਨੇ। ਭਾਵ ਹੈ ਉਹਦਾ ਨਾਮ ਜਪਣਾ, ਪਰਮਾਤਮਾ ਦੇ ਨਾਮ ਨਾਲ ਚਿੱਤ ਲਾਉਣਾ ਹੈ, ਮਨ ਕਰਕੇ ਪਰਮਾਤਮਾ ਦਾ ਨਾਮ ਜਪਣਾ, ਬਸ ਸਭ ਕੁਛ ਹੋ ਜਾਏਗਾ। ਇੱਕ ਅਨਪੜ੍ਹ ਬੰਦਾ ਹੈ, ਉਹ ਬਾਣੀ ਨਹੀਂ ਪੜ੍ਹਨੀ ਉਹਦੀ ਨਾ ਸੀ, ਕੋਈ ਗੱਲ ਨਹੀਂ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਬਾਣੀ ਲਿਖਿਆ। ਜੋ ਵਿਅਕਤੀ ਪਰਮਾਤਮਾ ਦਾ ਨਾਮ ਜਪਦਾ, ਚਾਹੇ ਉਹ ਪੜ੍ਹਿਆ ਹੋਇਆ ਚਾਹੇ ਉਹ ਅਨਪੜ੍ਹ ਹੈ, ਉਹ ਆਤਮਕ ਅਵਸਥਾ ਉੱਚੀ ਹੋ ਜਾਏ। ਪਰਮਗਤ ਸਭ ਤੋਂ ਉੱਚੀ ਆਤਮਕ ਅਵਸਥਾ, ਉਦੋਂ ਪਰਮਗਤੀ ਤੋਂ ਉੱਪਰ ਕੋਈ ਗਤੀ ਨਹੀਂ। ਉੱਚੀ ਤੋਂ ਉੱਚੀ ਆਤਮਕ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਏਗੀ। ਜ਼ਰੂਰੀ ਨਹੀਂ ਕਿ ਪਰਮਾਤਮਾ ਦੀ ਪ੍ਰਾਪਤੀ ਪੜ੍ਹੇ ਲਿਖੇ ਨੂੰ ਹੀ ਹੋਣੀ ਹੈ, ਅਨਪੜ੍ਹ ਨੂੰ ਵੀ ਹੋ ਸਕਦੀ ਹੈ। ਅੱਜ ਜਿੰਨੇ ਭਗਤਾਂ ਦੀ ਬਾਣੀ ਹੈ, ਇੱਕ ਦੋ ਨੂੰ ਛੱਡ ਕੇ ਬਾਕੀ ਸਾਰਾ ਅਨਪੜ੍ਹ ਟੋਲਾ ਸੀ। ਨਾਮ ਜਪ, ਨਾਮ ਹੀ ਇੰਨਾ ਜਪਿਆ ਕਿ ਤ੍ਰੈਕਾਲਦਰਸ਼ੀ ਹੋ ਗਏ। ਪਾਸਟ ਦਾ, ਪ੍ਰੈਜ਼ੈਂਟ ਦਾ, ਫਿਊਚਰ ਦਾ ਗਿਆਨ ਹੋ ਗਿਆ ਹੈ, ਤ੍ਰੈਕਾਲਦਰਸ਼ੀ ਹੋ ਗਏ। ਪ੍ਰਭ ਕੈ ਸਿਮਰਨ ਸਭ ਕੀ ਸੁਝੇ, ਹਰ ਇੱਕ ਚੀਜ਼ ਦੀ ਸੋਝੀ ਹੋ ਜਾਂਦੀ ਹੈ। ਇਸ ਜਨਾਬ ਜਦੇ ਜਪਦੇ ਗਏ, ਜਪਦੇ ਗਏ, ਜਪਦੇ ਗਏ, ਜਪਦੇ। ਕੁਛ ਪਹਿਲੀਆਂ ਕਮਾਈਆਂ ਸਨ, ਮਗਰਲੀ ਕਮਾਈ, ਅੱਜ ਦੀ ਕਮਾਈ ਰਲ ਕੇ ਉਹਨਾਂ ਨੂੰ ਪ੍ਰਾਪਤੀ ਹੋ ਗਈ। ਕਿਉਂਕਿ ਜਿੱਡਾ ਵੱਡਾ ਉਦੇਸ਼ ਹੁੰਦਾ ਹੈ, ਓਡੀ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ। ਹੁਣ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਪਰਮਾਤਮਾ ਹੈ, ਜਿਹਦੇ ਕਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਐਡੀ ਵੱਡੀ ਤਾਕਤ ਤੱਕ ਪਹੁੰਚਣਾ, ਉਸ ਨੂੰ ਪ੍ਰਾਪਤ ਕਰਨਾ ਹੈ, ਕਿੱਡਾ ਵੱਡਾ ਉਦੇਸ਼ ਹੈ। ਇਸ ਲਈ ਕਿੰਨੀ ਮਿਹਨਤ ਦੀ ਲੋੜ ਹੋਏਗੀ। ਹੋ ਸਕਦਾ ਕਈ ਜਨਮ ਲੱਗ ਜਾਣ, ਹੋ ਸਕਦਾ ਕਈ ਜਨਮ ਲੱਗ ਜਾਏ ਪ੍ਰਾਪਤੀ ਕਰਨ 'ਤੇ। ਪਰ ਜਿੰਨਾ ਪ੍ਰਾਪਤੀ ਕਰਨੀ ਹੁੰਦੀ ਉਹ ਸਾਲ ਨਹੀਂ ਗਿਣਦੇ ਹੁੰਦੇ, ਉਹ ਲੱਗੇ ਹੀ ਰਹਿੰਦੇ ਹੁੰਦੇ ਨੇ, ਲੱਗੇ ਰਹਿੰਦੇ ਨੇ। ਭਗਤੀ ਵਾਲੇ ਤਾਂ ਇੱਕ ਮੌਜ ਹੈ, ਉਹਨੂੰ ਪਤਾ ਹੈ ਪਰਮਾਤਮਾ ਹੈ ਅਤੇ ਉਹ ਨਾਮ ਜਪਣਾ ਮਿਲਦਾ। ਸਾਇੰਸ ਕਿੰਨੀ ਔਖੀ ਹੈ, ਜਿਹੜੀ ਕਾਢ ਕੱਢੀ ਜਾ ਰਹੀ ਹੈ। ਪਹਿਲਾਂ ਸੰਸਾਰ ਜੋ ਹੈ ਹੀ ਨਹੀਂ, ਇੱਕ ਨਵੀਂ ਚੀਜ਼ ਤਿਆਰ ਕਰਨੀ। ਧਾਰਮਿਕ ਬੰਦੇ ਤੇ ਆਸਾਨ ਹੈ, ਪਤਾ ਹੈ ਪਰਮਾਤਮਾ ਹੈ। ਹੁਣ ਜਿਸ ਬੰਦੇ ਨੇ ਬਿਜਲੀ ਦੀ ਕਾਢ ਕੱਢੀ, ਪਹਿਲਾਂ ਬਿਜਲੀ ਹੈ ਹੀ ਨਹੀਂ ਸੀ। ਤੁਹਾਨੂੰ ਲੋਕ ਜਿਹਨਾਂ ਨੇ ਇੰਨੀ ਜ਼ਬਰਦਸਤ ਕਾਢ ਕੱਢ ਕੇ ਸਾਡੇ ਲਈ ਕਿੰਨਾ ਕੋਈ ਸਹੂਲਤਾਂ ਪੈਦਾ ਕਰਤੀਆਂ ਨੇ। ਅਤੇ ਭਗਤ ਨੂੰ ਤਾਂ ਪਤਾ ਹੈ ਪਰਮਾਤਮਾ ਹੈਗਾ ਅਤੇ ਉਹ ਨਾਮ ਜਪਣਾ ਮਿਲਦਾ। ਲਸੜ ਤਾਂ ਆਹੀ ਨਹੀਂ ਕਰ ਹੁੰਦਾ। ਇੱਕ ਹੁੰਦਾ ਡਿਸਕਵਰ ਕਰਨਾ, ਇੱਕ ਹੁੰਦਾ ਇਨਵੈਂਸ਼ਨ। ਇੰਗਲਿਸ਼ ਦੇ ਸ਼ਬਦ ਕਿ ਇਨਵੈਂਸ਼ਨ, ਇੱਕ ਹੁੰਦੀ ਡਿਸਕਵਰੀ। ਡਿਸਕਵਰ ਕਰਨਾ, ਚੀਜ਼ ਹੈ ਲੱਭ ਨਹੀਂ ਰਹੀ, ਉਹਨੂੰ ਲੱਭਣਾ। ਇਨਵੈਂਸ਼ਨ ਹੈ ਨਵੀਂ ਚੀਜ਼ ਤਿਆਰ ਕਰਨੀ, ਨਵੀਂ ਚੀਜ਼ ਤਿਆਰ ਕਰਨੀ। ਨਵੀਂ ਚੀਜ਼ ਤਿਆਰ ਕਰਨੀ ਬਹੁਤ ਔਖਾ ਹੈ। ਪਰ ਮੈਂ ਹੈਰਾਨ ਹੂੰ
ਕਿ ਜਿਨ੍ਹਾਂ ਨੇ ਕਾਢਾਂ ਕੱਢੀਆਂ ਉਹਨਾਂ ਦਾ ਤਾਂ ਲੋਕ ਨਾਮ ਹੀ ਨਹੀਂ ਜਾਣਦੇ। ਭਜਨ ਬੰਦਗੀ ਵਾਲੇ ਕਿੰਨਿਆਂ ਦੇ ਹੀ ਮਨੁੱਖ ਨਾਮ ਜਾਣਦਾ। ਲੈ ਤੁਹਾਨੂੰ ਕਿਸੇ ਨੂੰ ਕਹਿਦਾ ਵੀ 5 ਸਾਇੰਟਿਸਟਾਂ ਦੇ ਨਾਮ ਦੱਸੋ, ਰਘਬੀਰ ਸਿੰਘ ਵਰਗਾ ਭਾਵੇਂ ਦੱਸਦੇ ਜਿਹੜਾ ਸਾਇੰਸ ਨਾਲ ਸੰਬੰਧਿਤ ਰਿਹਾ, ਬਾਕੀ ਕਿਸੇ ਨੂੰ ਵੀ 5 ਨਾਮ ਨਹੀਂ ਆਉਂਦੇ। 5 ਸੰਤਾਂ ਦੇ, 5 ਭਗਤਾਂ ਦੇ, 5 ਗੁਰੂਆਂ ਦੇ, 5 ਪੈਗੰਬਰਾਂ ਦੇ, 5 ਅਵਤਾਰਾਂ ਦੇ ਨਾਮ ਦੱਸੋ, ਉਹ ਤੁਸੀਂ ਦੱਸ ਦੋਗੇ, ਉਹ ਤੁਸੀਂ ਦੱਸ ਦੋਗੇ। ਧਰਮ ਜਿਹੜਾ ਹੈ ਉਹ ਤਾਂ ਪਹਿਲਾਂ ਕਾਢ ਨਿਕਲ ਚੁੱਕੀ ਹੈ, ਰੱਬ ਹੈ। ਅਤੇ ਜਿੰਨੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਪੀਰ ਪੈਗੰਬਰ ਅਵਤਾਰ ਹੋਏ, ਉਹਨੇ ਇਹ ਵੀ ਦੱਸਿਆ ਕਿ ਨਾਮ ਜਪ ਕੇ ਮਿਲੂਗਾ। ਨਾਲ ਉਹਨਾਂ ਕੰਡੀਸ਼ਨ ਲਾਈ ਹੈ ਕਿ ਨਾਮ ਦੀ ਦਵਾਈ ਤਾਂ ਅਸਰ ਕਰੇਗੀ ਜੇ ਤੁਸੀਂ ਪਰਹੇਜ਼ ਰੱਖੋਗੇ। ਮੰਨ ਲਓ ਮੇਰਾ ਗਲਾ ਖਰਾਬ ਹੈ, ਮੈਂ ਡਾਕਟਰ ਕੋਲ ਜਾਣਾ, ਜੇ ਤੱਕ ਉਹਦੇ ਬੋਲੀ ਬਹੁਤੀ ਭੀੜ ਹੈ ਫਿਰ ਤਾਂ ਮੈਨੂੰ ਦਵਾਈ ਦੇ ਦੇਣੀ, ਬਸ ਜੀ ਆਹ ਲਓ ਜੀ। ਜੇ ਘੱਟ ਭੀੜ ਹੈ ਫਿਰ ਮੈਨੂੰ ਦੱਸੇਗਾ ਜੀ ਵੀ ਬਾਬਾ ਜੀ ਠੰਡੀ ਚੀਜ਼ ਨਹੀਂ ਖਾਣੀ, ਤਲੀ ਹੋਈ ਚੀਜ਼ ਨਹੀਂ ਖਾਣੀ, ਖੱਟੀ ਚੀਜ਼ ਨਹੀਂ ਖਾਣੀ, ਵੀ ਇਹ ਤਿੰਨੋਂ ਚੀਜ਼ਾਂ ਗਲੇ ਨੂੰ ਹੋਰ ਖਰਾਬ ਕਰਨਗੇ। ਪਰਹੇਜ਼ ਦੱਸਦਾ। ਹੁਣ ਮੈਂ ਦਵਾਈ ਵੀ ਲਈ ਜਾਂਦਾ, ਤਲੀਆਂ ਚੀਜ਼ਾਂ ਵੀ ਖਾਈ ਜਾਂਦਾ, ਠੰਡਾ ਪਾਣੀ ਵੀ ਪੀ ਵੀ ਜਾਂਦਾ ਹੈ, ਖੱਟ ਮਿੱਠਾ ਵੀ ਖਾਈ ਜਾਂਦਾ, ਮੇਰਾ ਗਲਾ ਠੀਕ ਨਹੀਂ ਹੋਵੇਗਾ। ਇਸ ਲਈ ਸ਼ੁਭ ਕਰਮ ਜ਼ਰੂਰੀ ਨੇ। ਇੱਕ ਬੰਦਾ ਨਾਮ ਜਪੀ ਜਾਂਦਾ ਪਰ ਸ਼ੁਭ ਕਰਮ ਨਹੀਂ ਕਰਦਾ, ਉਹਨੂੰ ਨਹੀਂ ਪ੍ਰਾਪਤੀ ਹੁੰਦੀ, ਪਰ ਜਿੰਨੇ ਜਨ ਮਰਜ਼ੀ ਲੱਗਾ ਰਹੇ। ਸ਼ੁਭ ਕਰਮ ਜ਼ਰੂਰੀ ਨੇ। ਸ਼ੁਭ ਕਰਮ ਇਸ ਲਈ ਜ਼ਰੂਰੀ ਨੇ ਕਿ ਅੱਗੇ ਤੋਂ ਸਾਡਾ ਮਨ ਮੈਲਾ ਨਾ ਹੋਵੇ। ਪਹਿਲਾਂ ਜਿਹੜਾ ਹੋ ਚੁੱਕਾ ਉਹ ਨਾਮ ਜਪ 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 ਕੇ ਉਹਨੂੰ ਸਾਫ਼ ਕਰ ਲੈਣਾ ਬਸ। ਜਿਉਂ ਹੀ ਮਨ ਸਾਫ਼ ਹੁੰਦਾ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮਨ ਹੀ ਸਾਫ਼ ਕਰਨਾ ਬਸ। ਸ਼ੁਭ ਕਰਮ ਕਰਾਂਗੇ ਅੱਗੇ ਤੋਂ ਮਨ ਮੈਲਾ ਨਹੀਂ ਹੋਵੇਗਾ। ਜਿਹੜਾ ਪਹਿਲਾਂ ਮੈਲ ਲੱਗੇ ਨਾਮ ਜਪ 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 ਕੇ ਲਾ ਦੇਣੀ ਹੈ। ਜਿੱਦੇ ਮਨ ਸਾਫ਼ ਹੋ ਗਿਆ ਪਰਮਾਤਮਾ ਨੇ ਪ੍ਰਗਟ ਹੋ ਜਾਣਾ ਬਸ। ਇੱਕ ਜਨਮ 'ਚ ਸਾਫ਼ ਹੁੰਦਾ, 2 'ਚ ਹੁੰਦਾ, 10 'ਚ ਹੁੰਦਾ, ਕਿੰਨੇ 'ਚ ਹੁੰਦਾ ਹੈ। ਇਹ ਤਾਂ ਜਦੋਂ ਸਾਫ਼ ਹੋ ਗਿਆ ਉਹਦੇ ਪ੍ਰਾਪਤੀ ਹੋ ਜਾਣੀ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਹਰ ਚਰਨੀ ਚਿਤ ਲਾਏ, ਸੰਸਾ ਦੂਰ ਕਰੋ। ਜਿਹੜੇ ਗ੍ਰੰਥ ਸੰਸਾ ਪੈਦਾ ਕਰਦੇ ਉਹਨਾਂ ਨੂੰ ਪੜ੍ਹੋ ਹੀ ਨਾ। ਰੋੜ ਦੇਣ ਦਾ ਭਾਵ ਹੈ ਉਹਨਾਂ ਨੂੰ ਪੜ੍ਹੋ ਹੀ ਨਾ। ਅਤੇ ਜਿਹੜੇ ਪੜ੍ਹ ਲਏ ਨੇ ਉਹ ਫਿਰ ਕਿਸ ਨਤੀਜੇ 'ਤੇ ਪਹੁੰਚੇ ਤੁਸੀਂ ਪੜ੍ਹ ਕੇ? ਨਤੀਜਾ ਇਹ ਨਾਮ ਜਪੋ। ਸਾਰੇ ਧਰਮ ਗ੍ਰੰਥ ਇਹੀ ਤੁਹਾਨੂੰ ਸਿੱਖਿਆ ਦੇਣਗੇ, ਨਾਮ ਜਪੋ। ਸੋ ਹਰ ਚਰਨੀ ਚਿੱਤ ਲਾਏ, ਹਰੀ ਦੇ ਚਰਨਾਂ ਨਾਲ ਚਿੱਤ ਲਾਉਣਾ, ਭਾਵ ਮਨ ਕਰਕੇ ਪਰਮਾਤਮਾ ਦਾ ਨਾਮ ਜਪਣਾ। ਅੱਗੇ ਕਹਿੰਦੇ ਕਬੀਰ ਸੰਤ ਨਾ ਛਾੜੈ ਸੰਤ ਹੀ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭੁਯੰਗਮ ਬੇੜਿਓ। ਇਹਨੂੰ ਭੁਯੰਗਮ ਪੜ੍ਹਨਾ, ਭੱਬੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਆੜੇ 'ਤੇ ਟਿੱਪੀ, ਗੱਗਾ ਮੰਮਾ, ਇਸ ਤਰ੍ਹਾਂ ਪੜ੍ਹਨਾ। ਇਹਨੂੰ ਭੁਯੰਗਮ ਨਹੀਂ ਪੜ੍ਹਨਾ, ਭੁਯੰਗਮ। ਮਲਿਆਗਰ ਭੁਯੰਗਮ ਬੇੜਿਓ, ਤ ਸੀਤਲਤਾ ਨ ਤਜੰਤ। ਹੁਣ ਕਹਿੰਦੇ ਉਦਾਹਰਨ ਸੰਤ ਨੂੰ ਕਿਹਾ, ਕਹਿੰਦੇ ਸੰਤ ਨਾ ਛਾੜੈ ਸੰਤੇ। ਸੰਤ ਆਪਣਾ ਸੰਤਪੁਣਾ ਨਹੀਂ ਛੱਡਦਾ, ਆਪਣਾ ਸੁਭਾਅ ਨਹੀਂ ਛੱਡਦਾ। ਜੋ ਕੋਟਕ ਮਿਲੇ ਅਸੰਤ, ਭਾਵੇਂ ਕਰੋੜਾਂ ਅਸੰਤ ਮਿਲ ਪੈਣ, ਮਾੜੇ ਬੰਦੇ ਮਿਲ ਪੈਣ, ਚਾਹੇ ਕਰੋੜਾਂ ਮਾੜੇ ਬੰਦੇ ਮਿਲਣ, ਸੰਤ ਆਪਣਾ ਸੁਭਾਅ ਨਹੀਂ ਤਿਆਗਦਾ। ਜੇ ਸੰਤ ਤੇ ਜੇ ਸੰਤ ਨਹੀਂ ਹੈ, ਉਂਝ ਕਹਿਲਾ ਰਿਹਾ, ਜੇ ਲੋਕ ਕਹਿ ਰਹੇ ਨੇ, ਤਾਂ ਫਿਰ ਜਦੋਂ ਆ ਕੇ ਕਹੂਗਾ ਬਾਬਾ ਜੀ ਉਹ ਫਲਾਣਾ ਜਿਹੜਾ ਤੁਹਾਡੇ ਬਾਰੇ ਐਂ ਕਹਿੰਦਾ ਸੀ, ਬਾਬਾ ਫਿਰ ਸਟੇਜ 'ਤੇ ਜਵਾਬ ਦੇ ਰਿਹਾ ਉਹਦੇ, ਅੱਗੋਂ ਫਿਰ ਉਹ ਦੇ ਰਿਹਾ, ਫਿਰ ਹੌਲੀ ਹੌਲੀ ਝਗੜਾ ਹੋ ਗਿਆ, ਲੜਾਈਆਂ ਹੋ ਗਈਆਂ, ਗੋਲੀਆਂ ਚੱਲ ਗਈਆਂ, ਕਿ ਉਹ ਦੋਨੋਂ ਹੀ ਸੰਤ ਨਹੀਂ ਸਨ।
ਜੇ ਦੋਨਾਂ 'ਚ ਇੱਕ ਸੰਤ ਹੁੰਦਾ, ਇੱਕ ਚੁੱਪ ਕਰ ਰਹਿੰਦਾ, ਕਿਉਂਕਿ ਸੰਤ ਦਾ ਸੁਭਾਅ ਤਾਂ ਸਹਿਨਸ਼ੀਲ ਹੁੰਦਾ। ਜੇ ਸਹਿਨਸ਼ੀਲਤਾ ਹੀ ਨਹੀਂ ਤੇ ਤਾਂ ਮਸੀਹ ਸਾਧੂ ਨਹੀਂ ਹੈਗੇ। ਸਾਧੂ ਕਿਹਨੂੰ ਕਹਿੰਦੇ ਨੇ? ਜਿਹਨੇ ਆਪਣੀਆਂ ਇੰਦਰੀਆਂ ਨੂੰ ਸਾਧ ਲਿਆ, ਕੰਟਰੋਲ 'ਚ ਕਰ ਲਿਆ ਹੈ, ਉਹ ਤਾਂ ਸ਼ਾਂਤ ਚਿੱਤ ਰਹਿੰਦਾ ਹੈ। ਉਹਨੂੰ ਤਾਂ ਪਤਾ ਹੈ ਵੀ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ, ਸੰਸਾਰ ਨੂੰ ਦੋਨੋਂ ਪਾਸੇ ਨੇ ਕਿਸੇ ਤਰ੍ਹਾਂ ਵੀ ਨਹੀਂ ਛੱਡਣਾ, ਇਹਨੇ ਕਿਸੇ ਤਰ੍ਹਾਂ ਛੱਡਣਾ। ਇੱਕ ਸਾਧ ਨੇ ਫੈਸਲਾ ਕਰ ਲਿਆ ਵੀ ਮੈਂ ਜੰਗਲ 'ਚ ਜਾ ਕੇ ਨਾ ਭਜਨ ਬੰਦਗੀ ਕਰਨੀ, ਘਰ ਬਾਰ ਛੱਡਤਾ। ਹੁਣ ਵਧੀਆ ਬਿਸਤਰਿਆਂ 'ਤੇ ਸੌਣ ਦਾ ਆਦੀ ਸੀ, ਉਹਨੇ ਇੱਕ ਦਰੀ ਲੈ ਲਈ, ਇੱਕ ਸਿਰਹਾਣਾ ਲੈ ਲਿਆ। ਚਲੋ ਜੰਗਲ 'ਚ ਚਲੇ ਗਏ, ਪਰ ਰਾਹ ਦੇ ਨੇੜੇ ਇੱਕ ਦਰਖਤ ਹੇਠਾਂ ਬੈਠ ਗਏ। ਕੋਈ ਬੀਬੀਆਂ ਕੋਲੋਂ ਲੰਘੀਆਂ, ਆਇਆ ਭਜਨ ਬੰਦਗੀ ਕਰਨ, ਆ ਦਰੀ ਸਿਰਹਾਣਾ ਨਾਲ ਹੀ ਚੱਕ ਲਿਆ। ਵੀ ਸਾਧ ਕੀ ਤੇ ਦਰੀ ਸਿਰਹਾਣਾ ਕੀ। ਅਗਲੇ ਦਿਨ ਵਿਚਾਰੇ ਸਿਰਹਾਣਾ ਸੁੱਟ, ਦਰੀ ਰੱਖ ਲਈ, ਆਇਆ ਭਜਨ ਬੰਦਗੀ ਕਰਨ। ਅਜੇ ਵੀ ਸੁੱਖ ਰਹਿਣਾ ਹੈ, ਦਰੀ ਅਜੇ ਵੀ ਵਿਛਾ ਕੇ ਬੈਠੇ। ਅਗਲੇ ਦਿਨ ਵਿਚਾਰੇ ਦਰੀ ਸੁੱਟਤੀ, ਲੇਟਿਆ ਹੋਇਆ। ਹੁਣ ਸਿਰਹਾਣੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਬਾਂਹ ਦਾ ਸਿਰਹਾਣਾ ਬਣਾ ਲਿਆ। ਫੇਰ ਆਈ ਵੀ ਅੱਛਾ ਆਇਆ ਸਾਧ ਬਣ, ਅਜੇ ਵੀ ਬਾਂਹ ਦਾ ਆਸਰਾ ਲੈਂਦਾ। ਉਹ ਤੂੰ ਪਰਮਾਤਮਾ ਆਸਰਾ, ਤੂੰ ਬਾਂਹ ਦਾ ਆਸਰਾ ਲੈ ਕੇ ਪਿਆ ਹੋਇਆ। ਇਸ ਲਈ ਸੰਸਾਰ ਨੇ ਨਹੀਂ ਛੱਡਣਾ, ਚਾਹੇ ਸਿਰਹਾਣੇ ਸੁੱਟੋ ਚਾਹੇ ਦਰੀਆਂ ਸੁੱਟੋ, ਕਿਉਂਕਿ ਉਹ ਸੰਸਾਰ ਵੱਲੋਂ ਤਾਂ ਧਿਆਨ ਚਲੇ ਗਏ। ਲੋਕ ਕੀ ਕਹਿੰਦੇ ਨੇ? ਲੋਕਾਂ ਦਾ ਕੁਛ ਨਾ ਕੁਛ ਕਹੀ ਜਾਣਾ ਹੁੰਦਾ। ਅਗਰ ਤੁਸੀਂ ਠੀਕ ਹੋ, ਆਪਣਾ ਲੱਗੇ ਰਹੋ, ਆਪਣੇ ਧੁਨ ਦੇ ਪੱਕੇ ਰਹੋ ਬਸ। ਕਬੀਰ ਸਾਹਿਬ ਕਹਿੰਦੇ ਕੋਈ ਚੰਗਾ ਕਹੋ ਚਾਹੇ ਮੰਦਾ ਕਹੋ, ਹਮ ਤੋਂ ਤਨ ਦਿਆ ਹੈ ਢਾਰ। ਅਸੀਂ ਤਾਂ ਆਪਣਾ ਸਰੀਰ ਹੀ ਗੁਰੂ ਨੂੰ ਦਿੱਤਾ, ਹੁਣ ਸਾਨੂੰ ਕੋਈ ਚੰਗਾ ਕਹੋ ਮੰਦਾ ਕਹੋ। ਮਨ ਵੇਚਿਆ ਸਤਿਗੁਰ ਕੇ ਪਾਸ, ਤੇ ਸੇਵਕੇ ਕਾਰਜ ਰਸ। ਮਨ ਗੁਰੂ ਨੂੰ ਵੇਚਦਾ, ਫਿਰ ਗੱਲ ਖਤਮ ਹੋ ਗਈ। ਜੋ ਕਿਸੇ ਨੇ ਸਾਨੂੰ ਚੰਗਾ ਮੰਦਾ ਕਹਿਣਾ, ਸਾਡੇ ਮਨ 'ਤੇ ਅਸਰ ਹੋਣਾ ਨਾ, ਸਰੀਰ 'ਤੇ ਤਾਂ ਨਹੀਂ ਹੋਣਾ। ਸਰੀਰ 'ਤੇ ਤਾਂ ਉਦੋਂ ਅਸਰ ਜੋ ਸਾਨੂੰ ਡਾਂਗ ਡੂੰਗ ਮਾਰੇਗਾ। ਕੋਈ ਨਿੰਦਿਆ ਕਰ ਰਿਹਾ, ਵਡਿਆਈ ਕਰ ਰਿਹਾ, ਉਹਦਾ ਮਨ 'ਤੇ ਅਸਰ ਹੁੰਦਾ। ਮਨ ਜਦੋਂ ਗੁਰੂ ਨੂੰ ਦੇ ਤਾਂ ਗੱਲ ਖਤਮ ਹੋ ਗਈ, ਬਾਕੀ ਤਾਂ ਸਰੀਰ ਰਹਿ ਗਿਆ ਹੈ। ਇਸ ਲਈ ਕੋਈ ਚੰਗਾ ਕਹੋ ਮੰਦਾ ਕਹੋ, ਉਹਨਾਂ ਦੇ ਗੁਰਸਰ ਕਬੀਰ ਸਾਹਿਬ ਕਹਿੰਦੇ ਤਾਂ ਸਰੀਰ ਹੀ ਗੁਰੂ ਨੂੰ ਅਰਪਣ ਕਰਤਾ। ਹੁਣ ਕੋਈ ਚੰਗਾ ਕਹੋ ਮੰਦਾ ਕਹੋ, ਜੋ ਮਰਜ਼ੀ ਕਹੀ ਜਾਓ। ਉਹ ਤਾਂ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਇਹ ਤਾਂ ਸਾਡੇ ਮਾਂ ਬਾਪ ਨੇ, ਕਿਉਂਕਿ ਜਿਹੜੇ ਨਿੰਦਕ ਹਮਰੇ ਕੱਪੜੇ ਧੋਏ। ਨਿੰਦਿਆ ਕਰਨ ਵਾਲਾ ਸਗੋਂ ਨਿੰਦਿਆ ਕਰ ਕਰਕੇ ਦੂਜੇ ਦੀ ਮੈਲ ਖਾ ਰਿਹਾ ਹੈ। ਹਰ ਬੰਦੇ ਨੇ ਕਰਮ ਭੋਗਣਾ। ਨਿੰਦਿਆ ਕਰਨਾ ਵੀ ਇੱਕ ਕਰਮ ਹੈ। ਅੱਜ ਅਸੀਂ ਕਿਸੇ ਦੀ ਨਿੰਦਿਆ ਕਰ ਰਹੇ, ਕੱਲ੍ਹ ਨੂੰ ਸਾਡੀ ਨਿੰਦਿਆ ਹੋਵੇਗੀ, ਉਹ ਤਾਂ ਇੱਕ ਕਰਮ ਬਣ ਗਿਆ ਹੈ। ਜਦੋਂ ਕਰਮ ਬਣ ਗਿਆ ਹੈ ਤਾਂ ਇੰਗਲਿਸ਼ ਸਾਇੰਸ ਵਾਲੇ ਕਹਿੰਦੇ ਐਕਸ਼ਨ ਦਾ ਰਿਐਕਸ਼ਨ ਹੁੰਦਾ। ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਹਰ ਕਰਮ ਦਾ ਚੰਗਾ ਜਾਂ ਮੰਦਾ ਨਤੀਜਾ ਨਿਕਲਦਾ ਹੈ। ਚੰਗਾ ਕਰਮ ਹੈ ਡੂ ਗੁੱਡ ਫਾਈਂਡ ਗੁੱਡ, ਐਵੇਂ ਤਾਂ ਨਹੀਂ ਕਿ ਬਾਈਬਲ 'ਚ ਲਿਖਿਆ। 2000 ਸਾਲ ਪਹਿਲਾਂ ਈਸਾ ਮਸੀਹ ਨੇ ਲਿਖਿਆ ਡੂ ਗੁੱਡ ਫਾਈਂਡ ਗੁੱਡ, ਕਰ ਭਲਾ ਹੋ ਭਲਾ। ਕਿਤੇ ਬੰਦਾ ਨਿੰਦਿਆ ਕਰਨੀ ਛੱਡ ਦੇ, ਆਨੰਦ 'ਚ ਰਹੇਗਾ। ਲੜਾਈਆਂ ਝਗੜੇ ਮੁੱਕ ਜਾਣਗੇ। ਉਹ ਘਰਾਂ ਜਿਹੜੀਆਂ ਨੂੰਹ ਸੱਸ ਦੀਆਂ ਹੋ ਰਹੀਆਂ, ਨਿੰਦਿਆ ਬੰਦ ਕਰ ਦਿਓ। ਸੱਸ ਨੂੰਹ ਦੀ ਨਾ ਕਰੇ, ਨੂੰਹ ਸੱਸ ਦੀ ਨਿੰਦਿਆ ਨਾ ਕਿਸੇ ਅੱਗੇ ਕਰੇ, ਸ਼ਾਂਤੀ ਹੋ ਜਾਏ ਘਰ 'ਚ। ਉਹ ਗੁਆਂਢ ਪਏ ਨੂੰਹ ਕਿਹੋ ਜਿਹੀ ਹੈ, ਉਹ ਜੀ ਸੜ ਜਾਣੀ ਹੈ, ਕੰਮ ਨਹੀਂ ਕਰਦੇ, ਧੰਦਾ ਨਹੀਂ ਕਰਦੇ, ਕਿੱਥੇ ਮੱਥੇ ਲੱਗ ਗਈ ਹੈ। ਨੂੰਹ ਗਈ ਗੁਆਂਢ 'ਚ, ਤੇਰੀ ਸੱਸ ਕੀ ਕਪੱਤੀ ਹੈ, ਹਰ ਵਕਤ ਬੋਲੀ ਜਾਂਦੀ ਹੈ ਬਸ। ਉਹ ਫਿਰ ਉਹਨਾਂ ਦੇ ਢਿੱਡ 'ਚ ਕਿਹੜਾ ਪਚਣੀ ਹੈ ਗੱਲ, ਉਹਨਾਂ ਆ ਕੇ ਦੱਸਣਾ ਤੇਰੀ ਨੂੰਹ ਐਂ ਕਹਿੰਦੇ ਸੀ, ਉਹ ਮਿਰਚ ਮਸਾਲਾ ਨਾਲ ਲਾਣਾ।
ਡਾਇਰੈਕਟ ਨੂੰ ਜਦੋਂ ਅਸੀਂ ਇਨਡਾਇਰੈਕਟ ਬਣਾਓ, ਇੰਗਲਿਸ਼ ਵਾਲੇ ਜਿਹੜੇ ਜਾਣਦੇ, ਹੀ ਸੈਡ ਆਈ ਵਿਲ ਗੋ ਟੂ ਸਕੂਲ ਟੁਮਾਰੋ। ਹੁਣ ਇਸੇ ਗੱਲ ਨੂੰ ਅਗਲੇ ਨੇ ਕਹਿਣਾ ਹੀ ਸੈਡ ਦੈਟ, ਉਹ ਦੈਟ ਵਿੱਚ ਲਾਊਗਾ। ਇੱਕ ਬੰਦੇ ਤੋਂ ਗੱਲ ਸੁਣੀ, ਜੋ ਦੂਜਾ ਬੰਦਾ ਅੱਗੇ ਸੁਣਾਏਗਾ ਵਿੱਚ ਜੋੜੇਗਾ, ਨਾਲ ਤੀਜਾ ਹੋਰ ਕੋਈ ਜੋੜੇਗਾ, ਚੌਥਾ ਹੋਰ ਕੋਈ ਜੋੜੇਗਾ, ਉਹਦੇ ਤੱਕ ਪਹੁੰਚਦੇ ਆਪਣੀ ਗੱਲ ਹੀ ਸਾਰੀ ਵਿਗੜ ਜਾਣੀ। ਇਹਨਾਂ ਨਾਲ ਮਿਰਚ ਮਸਾਲਾ ਲੱਗ ਜਾਣਾ ਹੈ। ਹਰ ਬੰਦੇ ਨੇ ਆਪਣੇ ਨਾਲੋਂ ਕੁਝ ਨਾ ਕੁਝ ਜੋੜਨਾ ਹੈ, ਕਿਉਂਕਿ ਹੁਣ ਦੂਜੇ ਬੰਦੇ ਨੇ ਗੱਲ ਸੁਣਾਉਣੀ ਨਾ, ਉਹ ਦੈਟ ਤਾਂ ਲਾਊਗਾ ਹੀ ਲਾਊਗਾ ਵਿੱਚ, ਨਹੀਂ ਤਾਂ ਉਹ ਗੱਲ ਨਹੀਂ ਬਣਨੀ ਹੈ। ਸੋ ਇਸ ਲਈ ਕਹਿੰਦੇ ਕਬੀਰ ਸੰਤ ਨਾ ਛੱਡੈ ਸੰਤ ਹੀ, ਸੰਤੀ ਮੈਂ ਸੰਤ ਪੁਣਾ। ਜਿਹੜਾ ਸੰਤ ਹੈ ਆਪਣਾ ਸੰਤ ਪੁਣਾ ਨਹੀਂ ਛੱਡਦਾ, ਆਪਣਾ ਸੁਭਾਅ ਨਹੀਂ ਛੱਡਦਾ। ਜੋ ਕੋਟਿਕ ਮਿਲੇ ਅਸੰਤ, ਭਾਵੇਂ ਕਰੋੜਾਂ ਅਸੰਤ ਕਿਉਂ ਨਾ ਮਿਲ ਪੈਣ। ਫਿਰ ਉਦਾਹਰਨ ਦਿੱਤੀ ਹੈ, ਮਲਿਆਗਰ ਚੰਦਨ ਨੂੰ ਕਹਿੰਦੇ ਨੇ, ਚੰਦਨ ਨੂੰ ਮਲਿਆਗਰ ਕਹਿੰਦੇ ਨੇ। ਸੱਪ ਨੂੰ ਸੰਸਕ੍ਰਿਤ 'ਚ ਭੁਯੰਗਮ ਕਹਿੰਦੇ ਨੇ। ਭੁਯੰਗਮ ਸ਼ਬਦ ਸੰਸਕ੍ਰਿਤ ਦਾ ਹੈ, ਹਿੰਦੀ ਤਾਂ ਸਾਂਪ ਕਹਿੰਦੇ ਨੇ, ਸੱਪ ਨੂੰ ਹਿੰਦੀ ਕਹਿੰਦੇ ਸਾਂਪ, ਸੰਸਕ੍ਰਿਤ 'ਚ ਕਹਿੰਦੇ ਭੁਯੰਗਮ ਸੱਪ। ਬੇੜਿਓ ਹੁੰਦਾ ਘੇਰਿਆ ਹੋਇਆ, ਵਲਿਆ ਹੋਇਆ। ਹੁਣ ਚੰਦਨ ਦੇ ਦਰਖਤ ਦੇ ਦੁਆਲੇ ਸੱਪ ਵਲੇ ਹੁੰਦੇ ਨੇ, ਸੱਪ ਹੀ ਸੱਪ ਲਿਪਟੇ ਹੁੰਦੇ ਨੇ। ਤੁਸੀਂ ਕਹੋ ਵੀ ਚੰਦਨ ਨੂੰ ਸੱਪ ਕਿਉਂ ਲਿਪਟੇ ਹੁੰਦੇ ਨੇ? ਚੰਦਨ ਹੁੰਦਾ ਠੰਡਾ, ਇਹ ਟਿੱਕਾ ਮੱਥੇ 'ਤੇ ਇਸ ਲਈ ਲਾਉਂਦੇ ਨੇ ਕਿਉਂਕਿ ਜਿਹੜੇ ਭਜਨ ਬੰਦਗੀ ਕਰਦੇ ਲੋਕ ਨੇ ਨਾ, ਉਹਨਾਂ ਦਾ ਸਿਰ ਵੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਅਤੇ ਮੱਥਾ ਵੀ ਗਰਮ ਹੋ ਜਾਂਦਾ। ਜਦੋਂ ਉਹਨਾਂ ਦੇ ਸਵਾਸ ਦਸਮ ਦੁਆਰ ਨੂੰ ਜਾਂਦੇ ਨਾ, ਸਿਰ ਸਾਰਾ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ, ਇੰਨੀ ਹੋ ਗਈ ਸੀ ਅਵਸਥਾ ਕਿ ਉਹ ਸਿਰ ਨੂੰ ਠੰਡਿਆ ਰੱਖਣ ਲਈ ਉੱਤੇ ਮੱਖਣ ਦਾ ਪੇੜਾ ਰੱਖਦੇ ਸਨ ਸਿਰ 'ਤੇ, ਉਹ ਪਿਘਲ ਪਿਘਲ ਕੇ ਹੇਠਾਂ ਚਲੇ ਜਾਂਦਾ ਸੀ, ਇੰਨੀ ਗਰਮਾਇਸ਼ ਸਿਰ 'ਚ ਹੋ ਜਾਂਦੀ ਹੁੰਦੀ ਸੀ। ਇਹ ਚੰਦਨ ਦੇ ਟਿੱਕੇ, ਚੰਦਨ ਦੀਆਂ 3 ਲਕੀਰਾਂ ਇਸੇ ਲਈ ਖਿੱਚਦੇ ਸਨ ਵੀ ਮੱਥਾ ਜਿਹੜਾ ਠੰਡਾ ਰਹੇ। ਮਗਰੋਂ ਜੀ ਵਿਖਾਵਾ ਹੋ ਗਿਆ, ਹਾਂਜੀ ਪੰਡਤ ਨੇ ਵਿਆਹ ਲਾਏ, ਐ 3 ਐਂ ਲਾਇਆ ਜੀ ਲੱਗੀ ਜਾਂਦੇ। ਚੰਦਨ ਠੰਡਾ ਹੁੰਦਾ, ਸੱਪ 'ਚ ਨਿਰੀ ਜ਼ਹਿਰ ਹੈ, ਇਹ ਗਰਮ ਹੁੰਦਾ। ਇਹ ਚੰਦਨ ਦੇ ਦੁਆਲੇ ਤਾਂ ਲਿਪਟਿਆ ਰਹਿੰਦਾ, ਇਹਨੂੰ ਸ਼ਾਂਤੀ ਮਿਲਦੀ ਹੈ, ਠੰਡਕ ਮਿਲਦੀ ਹੈ ਉਸ ਤੋਂ, ਇਹਨੂੰ ਉਸ ਤੋਂ ਠੰਡਕ ਮਿਲਦੀ ਹੈ। ਪਰ ਜਿਹੜਾ ਮਲਿਆਗਰ ਹੈ, ਚੰਦਨ ਹੈ, ਉਹ ਸੱਪ ਨੂੰ ਕੁਛ ਨਹੀਂ ਕਹਿੰਦਾ, ਉਹ ਸੱਪ ਨੂੰ ਕੁਛ ਨਹੀਂ ਕਹਿੰਦਾ। ਮਲਿਆਗਰ ਸੀਤਲਤਾ ਨਾ ਤਜੰਤ, ਉਹ ਆਪਣੀ ਠੰਡਕ ਨਹੀਂ ਛੱਡਦਾ। ਚੰਦਨ ਨੂੰ ਸੱਪ ਲਿਪਟੇ ਰਹਿੰਦੇ ਨੇ, ਪਰ ਚੰਦਨ ਆਪਣੀ ਠੰਡਕ ਨਹੀਂ ਛੱਡਦਾ। ਇਹ ਨਹੀਂ ਕਿ ਮੈਂ ਗਰਮ ਹੋ ਜਾ ਆਪੇ ਭੱਜਣਗੇ, ਨਹੀਂ, ਉਹ ਸ਼ਾਂਤ ਹੀ ਰਹਿੰਦਾ, ਉਹ ਠੰਡਾ ਹੀ ਰਹਿੰਦਾ। ਉਦਾਹਰਨ ਇਹਦੀ ਦੇ ਕੇ ਸੱਪ ਭਾਵ ਅਸੰਤ ਅਤੇ ਮਲਿਆਗਰ ਭਾਵ ਸੰਤ। ਹੁਣ ਚੰਦਨ ਸਮਝੋ ਸੰਤ ਹੈ, ਸੱਪ ਅਸੰਤ ਨੇ, ਸੱਪ ਚਿਮਟੇ ਹੋਏ ਨੇ, ਪਰ ਜਿਹੜਾ ਚੰਦਨ ਰੂਪੀ ਸੰਤ ਆਪਣਾ ਸੁਭਾਅ ਨਹੀਂ ਤਿਆਗਦਾ, ਸ਼ਾਂਤ ਚਿੱਤ ਰਹਿੰਦਾ। ਉਦਾਹਰਨ ਦਿੱਤੇ ਕਿ ਭਾਵੇਂ ਸੱਪ ਲਿਪਟੇ ਰਹਿੰਦੇ ਹਨ ਚੰਦਨ ਦੁਆਲੇ, ਪਰ ਚੰਦਨ ਆਪਣੀ ਠੰਡਕ ਨਹੀਂ ਛੱਡਦਾ। ਇਸ ਤਰ੍ਹਾਂ ਜਿਹੜਾ ਅਸਲੀ ਸੰਤ ਹੁੰਦਾ, ਉਹ ਚਾਹੇ ਕਰੋੜਾਂ ਅਸੰਤ ਉਹਨੂੰ ਮਿਲ ਪੈਣ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਹੁਣ ਭਾਈ ਜੇਠਾ ਜੀ ਤੀਸਰੇ ਪਾਤਸ਼ਾਹ ਦੇ ਦਰਬਾਰ 'ਚ ਆ ਗਏ ਨੇ, ਗੋਇੰਦਵਾਲ ਸਾਹਿਬ। ਜੂਠੇ ਬਰਤਨ ਮਾਂਜ ਰਹੇ ਨੇ ਲੰਗਰ ਦੇ। ਉੱਧਰੋਂ ਰਿਸ਼ਤੇਦਾਰ ਆ ਗਏ ਸੋਢੀ ਲਾਹੌਰ ਤੋਂ, ਉਹ ਤਾਂ ਬੜੇ ਹੈਰਾਨ ਹੋਏ, ਅਬਾ ਤਬਾ ਬੋਲਣ ਲੱਗ ਗਏ, ਉਹ ਤੂੰ ਗੁਰੂ ਦਾ ਜਵਾਈ ਹੈ, ਤੂੰ ਇਸੇ ਜੂਠੇ ਭਾਂਡੇ ਮਾਂਜਣੇ, ਤੈਨੂੰ ਸ਼ਰਮ ਨਹੀਂ ਆਉਂਦਾ, ਤੂੰ ਸੋਢੀ ਹੈ, ਤੂੰ ਇਹ ਕੀ ਕੰਮ ਕਰਦਾ ਹੈ? ਉਹ ਸ਼ਾਂਤ ਚਿੱਤ ਰਹੇ। ਜਦੋਂ ਕਾਫੀ ਬੋਲ ਹਟੇ, ਉਹ ਸਹਿਜ ਸੁਭਾਈ ਕਹਿੰਦੇ, ਜੇਠਾ ਜੀ ਕਹਿੰਦੇ, ਜਿਸ ਦਿਨ ਮੈਂ ਅਨਾਥ ਹੋ ਗਿਆ ਸੀ, ਤੁਹਾਡੇ 'ਚੋਂ ਕਿਸੇ ਨੇ ਮੇਰੀ ਨਾਨੀ ਨੂੰ ਨਹੀਂ ਰੋਕਿਆ ਵੀ ਇਸ ਨੂੰ ਨਾਂ ਲੈ ਕੇ ਜਾਓ ਜੀ,
ਅਸੀਂ ਇਹਨੂੰ ਸਾਂਭਾਂਗੇ, ਅਸੀਂ ਕੋਈ ਨੂੰ ਕੰਮ ਦੇਵਾਂਗੇ, ਅਸੀਂ ਕੋਈ ਨੂੰ ਦੁਕਾਨ ਪਾ ਕੇ ਦੇਵਾਂਗੇ। ਬੋਲੋ, ਤੁਸੀਂ ਉਹਦੇ ਕੋਲ ਮੇਰੀ ਸਹਾਇਤਾ ਕੀਤੀ? ਮੈਂ ਅਨਾਥ ਹੋ ਗਿਆ, ਤੁਸੀਂ ਮੇਰੀ ਕੋਈ ਸਹਾਇਤਾ ਨਹੀਂ ਕੀਤੀ। ਅੱਜ ਮੈਂ ਗੁਰੂ ਘਰ 'ਚ ਆ ਗਿਆ, ਮੈਨੂੰ ਕਿਸੇ ਚੀਜ਼ ਦੀ ਕਮੀ ਹੀ ਨਹੀਂ ਹੈ, ਅਤੇ ਮੈਂ ਆਪਣੀ ਖੁਸ਼ੀ ਨਾਲ ਬਰਤਨ ਮਾਂਜ ਰਿਹਾ। ਵੀ ਤੁਹਾਨੂੰ ਕੀ ਹੈ? ਮੈਂ ਤਾਂ ਆਪਣੀ ਖੁਸ਼ੀ ਨਾਲ ਮਾਂਜ ਰਿਹਾ, ਮੈਨੂੰ ਕੋਈ ਮਜਬੂਰੀ ਨਹੀਂ ਹੈਗੀ। ਉਹ ਬੁੜ ਕਰਦੇ ਚਲੇ ਗਏ। ਇਹ ਨਹੀਂ ਕਿ ਉਹਨਾਂ ਦੇ ਕਹਿਣ 'ਤੇ ਉਹਨਾਂ ਭਾਂਡੇ ਮਾਂਜਣੇ ਬੰਦ ਕਰਦੇ। ਜੇ ਉਹਨਾਂ 'ਤੇ ਅਸਰ ਹੋ ਜਾਂਦਾ ਵੀ ਹਾਂ ਐਂ ਕਹਿੰਦੇ ਨੇ, ਫਿਰ ਤਾਂ ਭਾਂਡੇ ਮਾਂਜਣੇ ਬੰਦ ਕਰ, ਚੰਗਾ ਪੈਸੇ ਅੱਗੇ ਤਾਂ ਨਹੀਂ ਮਾਂਜਦੇ। ਉਹ ਆਪਣਾ ਕੰਮ ਕਰਦੇ ਰਹੇ, ਉਹ ਬੋਲ ਕੇ ਚਲੇ ਗਏ। ਸੋ ਜਿਹੜਾ ਸੰਤ ਹੁੰਦਾ ਹੈ, ਉਹ ਆਪਣਾ ਸੁਭਾਅ ਨਹੀਂ ਛੱਡਦਾ ਹੁੰਦਾ, ਉਹ ਸ਼ਾਂਤ ਚਿੱਤ ਰਹਿੰਦਾ ਹੈ। ਭੌਂਕਣ ਵਾਲੇ ਭੌਂਕ ਕੇ ਆਪੇ ਹੱਥ ਉੱਡ ਜਾਏ। ਕਿੰਨੀ ਕੁ ਦੇਰ ਕੋ ਭੌਂਕੇਗਾ? ਇੱਕ ਪਾਸਾ ਚੁੱਪ ਹੈ, ਦੂਜਾ ਬੋਲੀ ਜਾਏ, ਕਿੰਨੀ ਕੁ ਦੇਰ ਬੋਲ ਲਏਗਾ? ਹੱਥ ਉੱਡ ਜਾਏਗਾ। ਦੂਜੇ ਹੀ ਸਮਝਾ ਦੇਣੇ, ਯਾਰ ਉਹ ਤਾਂ ਕੁਛ ਕਹਿੰਦੇ ਨੇ, ਤੂੰ ਊਂ ਭੌਂਕੀ ਜਾਣੇ, ਬੋਲੀ ਜਾਣੇ ਵਾਧੂ ਦਾ। ਜਿਵੇਂ ਇੱਕ ਨੂੰਹ ਆਪਣੀ ਸੱਸ ਤੋਂ ਤੰਗ ਆ ਗਈ, ਸਾਧੂ ਕੋਲੇ ਚਲੀ ਗਈ। ਜੀ ਮੇਰੀ ਸੱਸ ਬੜਾ ਅਵਾ ਤਵਾ ਬੋਲਦੀ ਹੈ। ਕਹਿੰਦੇ ਕੋਈ ਗੱਲ ਨਹੀਂ, ਹੱਲ ਕਰ ਦਿੰਦੇ ਹਾਂ। ਇੱਕ ਲੱਕੜੀ ਦਾ ਟੁਕੜਾ ਦਿੱਤਾ, ਕਿ ਜਦੋਂ ਸੱਸ ਅਵਾ ਤਵਾ ਬੋਲਣ ਲੱਗੇ ਨਾ, ਇਹਨੂੰ ਦੰਦਾਂ 'ਚ ਹੇਠਾਂ ਲੈ ਲੈਣਾ। ਜਿੰਨੀਆਂ ਜ਼ਿਆਦਾ ਗਾਲਾਂ ਕੱਢੇ ਤੂੰ ਇਹਨੂੰ ਦੱਬੀ ਜਾਣਾ, ਐ ਮੂੰਹ ਕੁੱਟੀ ਜਾਣਾ, ਹਟ ਜਾਏਗੀ 15-20 ਦਿਨਾਂ ਬਾਅਦ। ਹੁਣ ਜਦੋਂ ਸੱਸ ਨੇ ਅਵਾ ਤਵਾ ਕਰਨੀ, ਉਹ ਨੂੰਹ ਨੇ ਉਹ ਦੰਦਾਂ ਹੇਠਾਂ ਉਹ ਲੱਕੜ ਲੈ ਬੋਲ ਨਹੀਂ ਸਕਣਾ। 15 ਦਿਨ 20 ਦਿਨ 25 ਦਿਨ ਆਂਢਣਾ ਗੁਆਂਢਣ ਦੇਖਿਆ, ਕਹਿੰਦੀ ਇਹ ਸਭ ਨੂੰ ਕਹਿੰਦੀ ਬੁੜੀ, ਇਹ ਬੁੜੀਏ ਤੂੰ ਪਾਗਲ ਹੈ, ਤੇਰੀ ਕਿੰਨੀ ਚੰਗੀ ਨੂੰਹ ਹੈ, ਅੱਗੋਂ ਕੁਛ ਬੋਲਦੀ ਨੇ, ਤੂੰ ਉਂਝ ਹੀ ਬੋਲੀ ਤੁਰੀ ਜਾਂਦੀ ਹੈ। ਚਲੋ ਲੜਾਈ ਹਟ ਗਈ, ਨਿਬੜ ਗਿਆ ਕੰਮ। ਇੱਕ ਪਾਸੇ ਚੁੱਪ ਕਰਨਾ ਪਏਗਾ ਨਾ। ਅਤੇ ਜੇ ਦੋਨੋਂ ਹੀ ਸੰਤ ਨੇ ਤਾਂ ਫਿਰ ਆਪਣਾ ਤੂੰ ਮੈਂ ਤਾਂ ਹੋਏਗੀ। ਇੱਕ ਸੰਤ ਹੋਵੇ, ਦੂਜਾ ਸੰਤ ਕੋਈ ਨਹੀਂ, ਸੰਤ ਨੇ ਤਾਂ ਬੋਲਣਾ ਹੀ ਨਹੀਂ ਹੈ, ਆਪਣਾ ਚੁੱਪ ਰਹਿਣਾ। ਅਤੇ ਅਸੰਤ ਨੂੰ ਲੋਕ ਸਮਝਾ ਦੇਣਗੇ ਵੀ ਕੀ ਗੱਲ ਬਈ ਤੂੰ ਫਾਲਤੂ ਦਾ ਬੋਲੀ ਜਾਣਾ। ਕੋਈ ਨਾ ਕੋਈ ਤਾਂ ਸਮਝਾਉਣ ਵਾਲਾ ਵਿੱਚ ਹੁੰਦਾ ਹੈ। ਇਸ ਲਈ ਜਿਵੇਂ ਚੰਦਨ ਆਪਣਾ ਸੁਭਾਅ ਨਹੀਂ ਛੱਡਦਾ, ਭਾਵੇਂ ਆਲੇ ਦੁਆਲੇ ਸੱਪ ਲਿਪਟੇ ਹੋਏ ਹਨ, ਉਹ ਆਪਣੀ ਠੰਡਕ ਨਹੀਂ ਛੱਡਦਾ। ਇਸ ਤਰ੍ਹਾਂ ਜਿਹੜਾ ਸੰਤ ਹੈ, ਉਹ ਆਪਣੇ ਸ਼ਾਂਤ ਸੁਭਾਅ ਨੂੰ ਨਹੀਂ ਤਿਆਗਦਾ, ਕਿਉਂਕਿ ਉਹਦੇ ਅੰਦਰ ਸਹਿਣ ਸ਼ਕਤੀ ਹੁੰਦੀ ਹੈ। ਖਿਮਾ ਇੱਕ ਬਹੁਤ ਵੱਡਾ ਗੁਣ ਹੈ। ਖਿਮਾ ਦੇ ਦੋ ਅਰਥ ਹੁੰਦੇ ਨੇ। ਇੱਕ ਹੁੰਦਾ ਮੁਆਫ ਕਰ ਦੇਣਾ, ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇਣਾ। ਦੂਜਾ ਖਿਮਾ ਦਾ ਅਰਥ ਹੁੰਦਾ ਸਹਿਣ ਸ਼ਕਤੀ। ਵੀ ਜੇ ਕਿਸੇ ਨੇ ਕੋਈ ਵੱਧ ਘੱਟ ਸ਼ਬਦ ਕਹਿ ਦਿੱਤਾ, ਉਹਨੂੰ ਚੁੱਪ ਕਰਕੇ ਸਹਿਣ ਕਰ ਲੈਣਾ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਿਨ ਜੁਆਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬ੍ਰਹਮ ਗਿਆਨ ਕਹਿੰਦੇ, ਜਦੋਂ ਬ੍ਰਹਮ ਗਿਆਨ ਹੋ ਗਿਆ, ਮਨ ਸ਼ਾਂਤ ਹੋ ਗਿਆ। ਕਬੀਰ ਮਨ ਸੀਤਲ ਪਿਆ, ਮਨ ਠੰਡਾ ਠਾਰ ਹੋ ਗਿਆ। ਪਾਇਆ ਬ੍ਰਹਮ ਗਿਆਨ, ਜਦੋਂ ਰੱਬੀ ਗਿਆਨ ਪ੍ਰਾਪਤ ਹੋ ਗਿਆ, ਜਿਹਨੂੰ ਬ੍ਰਹਮ ਗਿਆਨੀ ਕਹਿੰਦੇ, ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਮਨ ਠੰਡਾ ਠਾਰ ਹੋ ਗਿਆ, ਸ਼ਾਂਤ ਹੋ ਗਿਆ। ਜਿਨ ਜੁਆਲਾ, ਜੁਆਲਾ ਅੱਗ ਨੂੰ ਕਹਿੰਦੇ ਨੇ, ਜਗ ਜਾਰਿਆ, ਜਾਰਿਆ ਮੈਨੇ ਸਾੜ ਦਿੱਤਾ। ਜਿਸ ਅੱਗ ਨੇ ਸਾਰੇ ਸੰਸਾਰ ਨੂੰ ਸਾੜ ਦਿੱਤਾ ਹੈ, ਸੋ ਜਨ ਕੇ ਉਦਕ ਸਮਾਨ। ਉਦਕ ਹੁੰਦਾ ਪਾਣੀ। ਉਹ ਤਾਂ ਪਰਮਾਤਮਾ ਦੇ ਭਗਤ ਲਈ ਉਹ ਅੱਗ ਨਹੀਂ, ਉਹ ਤਾਂ ਪਾਣੀ ਵਰਗੀ ਹੈ। ਇੱਥੇ ਜੁਆਰ ਕਿਹੜੀ ਅੱਗ? ਇੱਕ ਤੇ ਆ ਜਿੱਥੇ ਤੁਸੀਂ ਰੋਟੀਆਂ ਪਕਾਉਂਦੇ ਹੋ, ਨਹੀਂ, ਇਹ ਨਹੀਂ। ਇੱਥੇ ਮਾਇਆ ਹੈ। ਮਾਇਆ ਵੀ ਅੱਗ ਹੈ। ਇਸ ਵੇਲੇ ਜਿੰਨਾ ਸੰਸਾਰ 'ਚ ਮਾਇਆ ਦਾ ਪ੍ਰਭਾਵ ਹੈ, ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਹੋਵੇ। 95% ਲੋਕ ਮਾਇਆ ਦੇ ਮਗਰ ਕਮਲੇ ਹੋਏ ਫਿਰਦੇ ਹਨ। ਹੋਰ ਮਾਇਆ ਚਾਹੀਦੀ। ਜਦੋਂ ਮਾਇਆ ਇਕੱਠੀ ਕਰਨ ਦੀ ਆਦਤ ਪੈ ਜਾਏ ਨਾ, ਫਿਰ ਹੋਰ ਚਾਹੀਦੀ। ਸਹਿਜ ਖਟੇ ਲੱਖ ਗੁਟ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। 1000 ਹੈ, ਕਹਿੰਦਾ ਲੱਖ ਚਾਹੀਦਾ। ਲੱਖ ਅੱਗੇ ਪਰ ਕਿੰਨਾ ਕੋਈ ਚਾਹੀਦਾ ਹੈ।
ਮਾਇਆ ਨਾਲ ਅੱਜ ਤੱਕ ਕੋਈ ਨਹੀਂ ਰੱਜਿਆ, ਭਾਵੇਂ ਕਰੋੜਾਂ ਅਰਬਾਂ ਹੋਣ। ਕਿਉਂਕਿ ਜਿਉਂ-ਜਿਉਂ ਤੁਹਾਡੇ ਕੋਲ ਮਾਇਆ ਜ਼ਿਆਦਾ ਹੋਏਗੀ, ਤੁਹਾਡਾ ਸਟੈਂਡਰਡ ਹਾਈ ਹੋਈ ਜਾਏਗਾ ਲਿਵਿੰਗ। ਗਰੀਬ ਹੋ, ਸਾਈਕਲ 'ਤੇ ਜਾ ਰਹੇ ਹੋ, ਕੁਛ ਮਾਇਆ ਹੱਥ ਲੱਗ ਗਈ ਹੈ, ਫਿਰ ਸਕੂਟਰ ਖਰੀਦੋਗੇ, ਕੋਈ ਮੋਟਰਸਾਈਕਲ 40-50 ਹਜ਼ਾਰ ਦਾ ਖਰੀਦੋਗੇ। ਪਹਿਲਾਂ ਸੀ ਇੰਨੇ ਹਜ਼ਾਰ ਹੋਵੇ ਮੈਂ ਸੁਖੀ ਹੋ ਜਾਂਗਾ, ਉਨੇ ਹਜ਼ਾਰ ਹੋ ਗਏ, ਉਹ ਸਕੂਟਰ ਹੀ ਮਸਾਂ ਆਇਆ, ਉਹ ਨੰਗ ਦਾ ਨੰਗ। ਕਹਿੰਦੇ ਨਹੀਂ ਲੱਖ ਚਾਹੀਦਾ, ਚਲੋ ਲੱਖ ਮਿਲ ਗਿਆ ਹੈ, ਫਿਰ ਪਰਿਵਾਰ ਦੇ ਕੱਪੜੇ ਕੁੱਪੜੇ ਸਿਲਾ ਲਏ, ਚਲ ਬਾਕੀ ਉਹ 50,000 ਉਸ ਤਰ੍ਹਾਂ ਲੱਗ ਗਿਆ, ਨੰਗ ਦਾ ਨੰਗ। 2 ਲੱਖ ਚਾਹੀਦਾ, 10 ਲੱਖ ਚਾਹੀਦਾ, 10 ਲੱਖ ਲੱਗ ਗਿਆ, ਕੋਈ 7 ਲੱਖ ਦੀ ਕਾਰ ਖਰੀਦ ਲਈ, ਮਗਰੋਂ ਨੰਗ ਦਾ ਨੰਗ। ਕਰੋੜ ਚਾਹੀਦਾ, ਫਿਰ 50 ਲੱਖ ਦੀ ਕਾਰ ਖਰੀਦੀ, 50 ਲੱਖ ਦਾ ਘਰ ਪਾ ਲਿਆ, ਨੰਗ ਦਾ ਨੰਗ। ਇਹ ਹੀ ਰਹਿਣਾ। ਜਿਉਂ-ਜਿਉਂ ਪੈਸਾ ਵੱਧਦਾ ਜਾਏਗਾ, ਤੁਹਾਡਾ ਰਹਿਣ ਦਾ ਲਿਵਿੰਗ ਸਟੈਂਡਰਡ ਜਿਹੜਾ ਤੁਹਾਡਾ ਉਹ ਵੱਧਦਾ ਜਾਏਗਾ, ਪੈਸੇ ਘਟਦੇ ਜਾਣਗੇ। ਐਂ ਲੱਗੂ ਥੋੜ੍ਹੇ ਨੇ ਤਾਂ ਇੰਨਾ ਚੱਲਦਾ। ਸੋ ਬਿਨਾਂ ਸੰਤੋਖ ਨਾ ਕੋ ਰਾਜੈ, ਪੰਚਮ ਪਾਤਸ਼ਾਹ ਦਾ ਨਿਰਣਾ। ਸਬਰ ਸੰਤੋਖ ਤੋਂ ਬਿਨਾਂ ਮਾਇਆ ਨਾਲ ਅੱਜ ਤੱਕ ਕੋਈ ਨਹੀਂ ਰਜਿਆ। ਅਤੇ ਸਬਰ ਸੰਤੋਖ ਗੱਲਾਂ ਨਾਲ ਨਹੀਂ ਆਉਂਦਾ। ਸਬਰ ਸੰਤੋਖ ਲਈ ਤਾਂ ਬਹੁਤ ਨਾਮ ਜਪਣਾ ਪੈਂਦਾ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਜਦੋਂ ਤ੍ਰਿਸ਼ਨਾ ਹੀ ਨਹੀਂ ਰਹਿ ਗਿਆ, ਆਪੇ ਸਬਰ ਸੰਤੋਖ ਆ ਗਏ। ਜਿੰਨਾ ਚਿਰ ਤ੍ਰਿਸ਼ਨਾ ਹੈ, ਇੱਛਾ ਹੈ, ਸਬਰ ਸੰਤੋਖ ਨਹੀਂ ਪੈਦਾ ਹੁੰਦਾ। ਸਬਰ ਸੰਤੋਖ ਤਾਂ ਹੀ ਹੁੰਦਾ ਜੇ ਇੱਛਾਵਾਂ ਖਤਮ ਹੋਣ। ਉਹ ਸਿਮਰਨ ਤੋਂ ਬਿਨਾਂ ਹੁੰਦੀਆਂ ਨਹੀਂ। ਸਿਮਰਨ ਬੰਦਾ ਕਰਕੇ ਰਾਜੀ ਨਹੀਂ ਹੈ। ਇਹ ਤਾਂ ਕਹਿੰਦਾ ਹੋਰ ਤਰੀਕੇ ਨਾਲ ਹੀ ਮਾਇਆ ਆਈ ਜਾਈ ਜਾਵੇ, ਅਤੇ ਮਾਇਆ ਨਾਲ ਅੱਜ ਤੱਕ ਕਦੇ ਕੋਈ ਨਹੀਂ ਰੱਜਿਆ। ਮਾਇਆ 'ਤੇ ਇੰਨੀ ਤਾਕਤ ਹੈ, ਅਮੀਰਾਂ ਨੇ ਰਲ ਕੇ ਸਰਕਾਰ ਹੀ ਖਰੀਦ ਲਈ, ਝੜ ਨਿਬੜਿਆ ਕੰਮ, ਸਾਰਾ ਹਿੰਦੁਸਤਾਨ ਹੀ ਖਰੀਦ ਲਿਆ। ਵੀ ਲੋੜ ਨਹੀਂ, 2-4 ਬੰਦੇ ਖਰੀਦ ਲਓ, ਸਾਰਾ ਸੰਸਾਰ, ਸਾਰਾ ਹਿੰਦੁਸਤਾਨ ਖਰੀਦਿਆ ਗਿਆ। ਕਿਆ ਤਾਕਤ ਹੈ ਮਾਇਆ 'ਚ। ਅੱਜ ਤਾਂ ਇੰਨੇ ਮਾਇਆ ਨਾਲ ਰੱਬ ਨਹੀਂ ਖਰੀਦਿਆ ਜਾ ਰਿਹਾ, ਨਹੀਂ ਤਾਂ ਉਹ ਵੀ ਖਰੀਦ ਲੈਣ। ਸੋ ਕਬੀਰ ਸਾਹਿਬ ਕਹਿੰਦੇ, ਜਦੋਂ ਦਾ ਮੈਨੂੰ ਬ੍ਰਹਮ ਗਿਆਨ ਹੋਇਆ ਨਾ, ਮਨ ਸ਼ਾਂਤ ਹੋ ਗਿਆ। ਜਿਸ ਅੱਗ ਨੇ ਸਾਰਾ ਸੰਸਾਰ ਸੜ ਦਿੱਤਾ ਹੈ, ਇਹ ਮਾਇਆ ਨੇ, ਤ੍ਰਿਸ਼ਨਾ ਨੇ। ਸੋ ਜਨ ਕੇ ਉਦਕ ਸਮਾਨ, ਉਹ ਪਰਮਾਤਮਾ ਦੇ ਭਗਤ ਲਈ ਪਾਣੀ ਵਾਂਗ ਹੈ। ਭਾ ਪਰਮਾਤਮਾ ਦਾ ਭਗਤ ਮਾਇਆ ਇਕੱਠੀ ਕਰਨ 'ਚ ਨਹੀਂ ਲੱਗਾ ਰਹਿੰਦਾ। ਉਹਦੀ ਮਾਇਆ ਇਕੱਠੀ ਕਰਨ ਦੀ ਇੱਛਾ ਹੀ ਕੋਈ ਨਹੀਂ ਹੁੰਦੀ। ਉਹਨੂੰ ਪਰਮਾਤਮਾ 'ਤੇ ਇੰਨਾ ਵਿਸ਼ਵਾਸ ਹੁੰਦਾ ਹੈ ਕਿ ਮੈਂ ਤੁਹਾਨੂੰ ਘਟਨਾ ਸੁਣਾਉਣਾ। ਇੱਕ ਮਹਾਂਪੁਰਖ ਹੈ ਰਘਬੀਰ ਸਿੰਘ ਬੀਰ ਕਲਕੱਤੇ ਦੇ, ਉਹਨੇ ਬਹੁਤ ਕਿਤਾਬਾਂ ਲਿਖੀਆਂ, ਬ੍ਰਹਮ ਗਿਆਨੀ ਸਨ ਉਹ। ਉਹਨਾਂ ਨੂੰ ਕਿਵੇਂ ਬ੍ਰਹਮ ਗਿਆਨ ਹੋਇਆ, ਵੀ ਉਹਦਾ ਸਾਰਾ ਆਪਣਾ ਜੀਵ ਲਿਖਿਆ, ਇਸ ਤਰ੍ਹਾਂ ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ, ਫਿਰ ਜਾ ਕੇ ਹੋਇਆ। ਇਹ ਕੋਈ ਵਿਰਲਾ ਟਾਵਾਂ ਬੰਦਾ ਹੈ ਜਿਹੜਾ ਦੱਸਦਾ ਲਿਖਤੀ ਰੂਪ 'ਚ ਕਿ ਮੈਨੂੰ ਕਿਵੇਂ ਪ੍ਰਾਪਤੀ ਹੋਈ। ਉਹ ਕਹਿੰਦੇ ਮੈਂ ਸੂਟਡ ਬੂਟਡ ਸੀ, ਪ੍ਰੋਫੈਸਰ ਲੱਗੇ ਸੀ ਇੰਗਲਿਸ਼ ਦੇ, ਜਾ ਰਿਹਾ ਬਾਜ਼ਾਰ ਸ਼ਾਮ ਨੂੰ ਸੈਰ ਕਰ। ਇੱਕ ਨਾ ਬੰਦਾ ਮੇਰੇ ਕੋਲ ਆਇਆ, ਉਰਦੂ 'ਚ ਬੋਲਿਆ, ਕਹਿੰਦੇ ਮੈਨੂੰ ਨਾ 2 ਪੈਸੇ ਦੇ ਦਿਓ। ਭਲੇ ਜ਼ਮਾਨੇ ਸਨ। ਮੈਂ ਉਹਨੂੰ 2 ਪੈਸੇ ਦੇ ਦਿੱਤੇ। ਵੀ ਭਲਾ ਕੀ ਕਰਦਾ। ਉਹ ਸਾਹਮਣੇ ਹੋਟਲ 'ਤੇ ਗਿਆ, 2 ਪੈਸੇ ਦੀ ਰੋਟੀ ਉਹਨੇ ਖਰੀਦੀ, ਸੜਕ ਦੇ ਕੰਢੇ 'ਤੇ ਬਹਿ ਕੇ ਖਾਣ ਲੱਗ ਗਿਆ। ਅਗਲੇ ਦਿਨ ਕੁਦਰਤੀ ਮੈਂ ਉੱਥੋਂ ਫੇਰ ਲੰਘ ਗਿਆ। ਉਹ ਮੈਨੂੰ ਕਹੇ ਜੀ 2 ਪੈਸੇ ਦਿਓ। ਮੈਂ ਕਿਹਾ ਚੱਲ ਯਾਰ ਇਹਨੂੰ ਨਾ 4 ਪੈਸੇ ਦੇ ਦੇਣਾ, ਵੀ ਕੱਲ੍ਹ ਨੂੰ ਵੀ ਕੰਮ ਆਉਣਗੇ। ਕਹਿੰਦੇ ਮੈंने 4 ਪੈਸੇ ਦੇਤੇ। ਉਹਨੇ 2 ਪੈਸੇ ਰੱਖ ਕੇ 2 ਸੁੱਟਤੇ। ਮੇਰੇ ਵੱਲ ਨਾ ਮੂੰਹ ਕਰਕੇ ਉਰਦੂ 'ਚ ਬੋਲ ਰਿਹਾ। ਕਹਿੰਦਾ ਐ ਮੂਰਖ, तुम क्या समझते हो जिस अल्लाह ने आज मुझे 2 पैसे दिए, क्या वो अल्लाह कल को मर जाएगा? क्या वो अल्लाह कल को मर जाएगा? कल को 2 पैसे नहीं मुझे मिलेंगे? वो मेरे 2 पैसे छुड़ते रहे सड़कते, 2 रख ले पैसे।
ਸਾਧੂ ਨੂੰ ਇੰਨਾ ਵਿਸ਼ਵਾਸ ਹੁੰਦਾ ਕਿ ਜਿਸ ਪਰਮਾਤਮਾ ਨੇ ਮੈਨੂੰ ਅੱਜ ਖਾਣ ਨੂੰ ਦਿੱਤਾ ਕੱਲ੍ਹ ਨੂੰ ਵੀ ਦੇਵੇਗਾ। ਉਹਨੂੰ ਲੋੜ ਨਹੀਂ ਇਕੱਠਾ ਕਰਨ ਦੀ। ਉਹਨੂੰ ਕੀ ਲੋੜ ਹੈ ਇਕੱਠਾ ਕਰਨ ਦੀ? ਅਸੀਂ ਇਸ ਲਈ ਇਕੱਠਾ ਕਰਦੇ ਹਾਂ, ਸਾਡੇ ਮਰਨ ਤੋਂ ਬਾਅਦ ਸਾਡੇ ਬੱਚੇ ਕੀ ਖਾਣਗੇ, ਸਾਡੇ ਪੋਤੇ ਕੀ ਖਾਣਗੇ। ਪੁੱਤੇ ਦੀ ਗੱਲ ਜਿਹੜਾ ਪੋਤਿਆਂ ਤੱਕ ਲੋ ਪੜੋਤਿਆਂ ਤੱਕ ਇਕੱਠੇ ਕਰੀ ਜਾਂਦੇ ਨੇ। ਇੱਕ ਰੋ ਰਿਹਾ ਬਹੁਤ ਅਮੀਰ ਆਦਮੀ, ਦੂਜਾ ਕਹਿੰਦਾ ਕੀ ਗੱਲ ਤੂੰ ਰੋ ਰਿਹਾ ਹੈ? ਕਹਿੰਦਾ ਮੈਂ ਹਿਸਾਬ ਲਾ ਰਿਹਾ ਸੀ ਵੀ ਜਿਹੜਾ ਮੇਰਾ ਧਨ ਹੈ ਨਾ ਇਹ 10 ਕੁਲਾਂ ਤੱਕ ਚਲੇਗਾ, ਮੇਰੀ 11ਵੀਂ ਕੁਲ ਕੀ ਖਾਏਗੀ? ਇੱਥੋਂ ਤੱਕ ਬੰਦੇ ਨੂੰ ਚਿੰਤਾ ਲੱਗੀ ਹੋਈ ਹੈ, ਅੱਗੇ ਅੱਗੇ ਪੜੋਤਿਆਂ ਦੇ ਪੜੋਤੇ ਕੀ ਖਾਣਗੇ। ਜਦੋਂ ਇਕੱਠੇ ਕਰਨ ਦੀ ਆਦਤ ਪੈ ਜੇ ਉਦੋਂ ਨਹੀਂ ਬੰਦਾ ਕਦੇ ਰਜਿਆ ਕਰਦਾ। ਸੰਤਾਂ ਲਈ ਇਸ ਲਈ ਇਹ ਮਾਇਆ ਪਾਣੀ ਦੀ ਤਰ੍ਹਾਂ ਉਹਨਾਂ 'ਤੇ ਕੋਈ ਅਸਰ ਨਹੀਂ ਕਰਦੇ। ਸੰਸਾਰ ਸੜ ਰਿਹਾ ਹੈ, ਉਹ ਆਪਣਾ ਸ਼ਾਂਤ ਚਿੱਤ ਨੇ ਹਨ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ। कहते जब दांत नहीं थे भगवान ने पीने को दूध दिया, जब दांत दिए तो क्या रोटी नहीं देगा? कहते जो दंद नहीं सन परमात्मा तो पीने लिए दुध दिता, हुण दंद देते ने कि उन्हें रोटी नहीं देगा? वो जे उन्हें रोटी ना देने दंद ही नहीं सी लाने, ਉਂਝ ਹੀ ਰਹਿ ਸਜਣਾ। विश्वास की गल है, जिन्होंने विश्वास है ना कि ਜਿਹੜਾ ਭਗਵਾਨ ਅੱਜ 2 ਖਾਣ ਨੂੰ ਰੋਟੀਆਂ ਦੇ ਰਿਹਾ ਕੱਲ੍ਹ ਨੂੰ ਕਿਉਂ ਮਰ ਜਾਏਗਾ। ਜਿਵੇਂ ਪੁਰਾਣੇ ਜ਼ਮਾਨੇ ਛੋਟੇ ਬੱਚਿਆਂ ਨੂੰ ਨਾ ਭੇਜ ਦਿਆ ਕਰ, ਸਾਧੂਆਂ ਕੋਲ ਭੇਜ ਦਿਆ ਕਰ। ਲਓ ਜੀ, ਉਸ ਬੱਚੇ ਨੇ ਸਾਰਾ ਗਿਆਨ 18 ਸਾਲ ਦੀ ਉਮਰ ਤੱਕ ਗ੍ਰੰਥਾਂ ਦਾ ਗਿਆਨ ਆਪਣੇ ਗੁਰੂ ਤੋਂ ਪ੍ਰਾਪਤ ਕੀਤਾ। ਜਦੋਂ ਗੁਰੂ ਨੇ ਸੋਚਿਆ ਗਿਆਨਵਾਨ ਹੋ ਗਿਆ ਹੈ, ਉਹਨੂੰ ਥੈਲਾ ਦਿੱਤਾ ਕਿ ਜਾ ਭਿੱਖਿਆ ਮੰਗ ਕੇ ਲਿਆ। ਅਤੇ ਉਹਨੂੰ ਹੁਕਮ ਸੀ ਕਿ ਜਿਹਦਾ ਦਰਵਾਜ਼ਾ ਖੁੱਲ੍ਹਾ ਹੈਗਾ ਸਿਰਫ ਉਸ ਘਰ ਤੋਂ ਭਿੱਖਿਆ ਮੰਗਣੀ, ਦਰਵਾਜ਼ਾ ਖੜਕਾਉਣਾ ਨਹੀਂ ਕਿਸੇ ਦਾ। ਅਤੇ ਲੋਕਾਂ ਸ਼ਰਧਾ ਭਾਵਨਾ ਸਾਧੂਆਂ ਪ੍ਰਤੀ ਬੜੀ ਹੁੰਦੀ ਸੀ। ਉਹ ਸਵੇਰੇ ਸਵੇਰੇ ਦਰਵਾਜ਼ੇ ਆਪਣੇ ਖੁੱਲ੍ਹੇ ਰੱਖਦੇ ਸਨ ਵੀ ਸਾਡੇ ਵੱਡੇ ਭਾਗ ਜੇ ਸਾਧੂ ਅੱਜ ਸਾਡੇ ਘਰੋਂ ਭਿੱਖਿਆ ਲੈਣ ਆਵੇ। ਹੁਣ ਉਹ ਪਹਿਲੀ ਵਾਰੀ ਆਇਆ ਜੋ ਅਲੱਖ ਨਿਰੰਜਨ ਜੋ ਕਹਿੰਦੇ ਨੇ ਉਸਨੇ ਉਸ ਤਰ੍ਹਾਂ ਸ਼ਬਦ ਕਿਹਾ। ਇੱਕ ਨੌਜਵਾਨ ਲੜਕੀ ਭਿੱਖਿਆ ਲੈ ਕੇ ਆਈ ਹੈ, ਕਿਉਂਕਿ ਛੋਟੀ ਉਮਰ 'ਚ ਡੇਰੇ 'ਤੇ ਆ ਗਏ ਸੀ। ਡੇਰੇ 'ਤੇ ਸਾਰੇ ਹੀ ਬੰਦੇ ਰਹਿੰਦੇ ਸਨ, ਔਰਤ ਕੋਈ ਰਹਿੰਦੀ ਹੀ ਨਹੀਂ ਸੀ। ਹੁਣ ਤਾਂ ਪਹਿਲੀ ਵਾਰੀ ਔਰਤ ਵੇਖੀ ਵੀ ਹੈ ਜਿਹੋ ਜਿਹੀ ਮੇਰੀ ਛਾਤੀ ਉਹਦੀ ਇਹੋ ਜਿਹੀ ਹੈ ਨਹੀਂ। ਉਹਦੇ ਵੱਲ ਵੇਖੀ ਜਾਵੇ ਅਤੇ ਬਿਟਪਟ ਕਰਕੇ ਉਹ ਕੁੜੀ ਸ਼ਰਮਾ ਗਈ। ਉਹ ਪਿੱਛੇ ਤਾਂ ਪਾਉਣੀ ਭੁੱਲ ਗਿਆ, ਉਹਦੇ ਵੱਲ ਹੀ ਵੇਖੀ ਜਾਵੇ। ਉਹ ਅੰਦਰ ਚਲੀ ਗਈ। ਮਾਂ ਨੂੰ ਕਹਿੰਦੇ ਵੀ ਆਹ ਗੱਲ, ਮਾਂ ਸਮਝ ਗਈ ਵੀ ਇਹ ਜਿਹੜੇ ਨੇ ਇਹ ਪਹਿਲੀ ਵਾਰੀ ਇਹ ਨਗਰ 'ਚ ਆਏ ਨੇ। ਹਾਂਜੀ, ਮਾਂ ਚਲੀ ਗਈ। ਮਾਂ ਭਿੱਖਿਆ ਪਾਉਣ ਲੱਗੀ। ਕਹਿੰਦਾ ਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਸਰੀਰ ਮੇਰੇ ਸਰੀਰ ਵਰਗਾ ਕਿਉਂ ਨਹੀਂ ਹੈ? ਤੁਹਾਡਾ ਕੋਈ ਸਰੀਰ ਉੱਚਾ ਹੈ, ਮੇਰਾ ਉੱਚਾ ਨਹੀਂ ਹੈ, ਇਹ ਕੀ ਕਾਰਨ ਹੈ? ਉਹ ਕਹਿੰਦੇ ਬੇਟਾ ਜਦੋਂ ਤੂੰ ਪੈਦਾ ਹੋਇਆ ਸੀ ਨਾ, ਪਰਮਾਤਮਾ ਨੇ ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ ਤੇਰੀ ਮਾਂ ਦੀ ਛਾਤੀ 'ਚ। ਦੁੱਧ ਦਾ ਕਹਿੰਦਾ ਅੱਛਾ, ਜਦੋਂ ਮੈਂ ਪੈਦਾ ਹੋਇਆ ਪਰਮਾਤਮਾ ਨੇ ਮੇਰੇ ਦੁੱਧ ਦਾ ਪਹਿਲਾਂ ਹੀ ਪ੍ਰਬੰਧ ਕਰਤਾ? ਕਹਿੰਦੇ ਹਾਂ ਪਹਿਲਾਂ ਹੀ ਪ੍ਰਬੰਧ ਕਰਤਾ। ਕਹਿੰਦਾ ਜੀ ਮੈਂ ਨਹੀਂ ਭਿੱਖਿਆ ਲੈਣੀ। ਚਲਿਆ ਗਿਆ ਵਾਪਸ, ਥੈਲਾ ਚੱਕ ਕੇ ਗੁਰੂ ਦੇ ਚਰਨਾਂ ਸੁੱਟਤਾ। ਕਹਿੰਦਾ ਤੁਸੀਂ ਸਵਾ ਗਿਆਨ ਮੈਨੂੰ 18 ਸਾਲਾਂ 'ਚ ਦਿੱਤਾ ਹੈ। ਕੀ ਗਿਆਨ ਦਿੱਤਾ ਤੁਸੀਂ ਮੈਨੂੰ 18 ਸਾਲਾਂ 'ਚ? ਉਹ ਕਹਿੰਦੇ ਕੀ ਹੋ ਗਿਆ ਤੈਨੂੰ ਪਹਿਲੇ ਦੇਣੀ? ਕਹਿੰਦੇ ਤਾਂ ਤੁਸੀਂ ਮੈਨੂੰ ਦੱਸੇ ਹੀ ਨਹੀਂ ਵੀ ਮੇਰੇ ਪੈਦਾ ਹੋਣ ਤੋਂ ਪਹਿਲਾਂ ਭਗਵਾਨ ਨੇ ਦੁੱਧ ਦਾ ਪ੍ਰਬੰਧ ਕਰਤਾ ਸੀ ਮੇਰੇ ਲਈ। ਹੈ ਜੇ ਭਗਵਾਨ ਮੇਰੇ ਪੈਦਾ ਹੋਣ ਤੋਂ ਪਹਿਲਾਂ ਦੁੱਧ ਦਾ ਪ੍ਰਬੰਧ ਕਰ ਸਕਦਾ ਤਾਂ ਕੀ ਹੁਣ ਰੋਟੀ ਦਾ ਪ੍ਰਬੰਧ ਨਹੀਂ ਕਰੇਗਾ? ਮੈਂ ਨਹੀਂ ਮੰਗਣ ਜਾਣਾ, ਆਪੇ ਪਰਮਾਤਮਾ ਮੈਨੂੰ ਭੇਜੇਗਾ, ਚੱਕ ਆਪਣਾ ਥੈਲਾ। ਇੰਨਾ ਵਿਸ਼ਵਾਸ ਉਹਨੂੰ ਹੋ ਗਿਆ ਕਿ ਜੇ ਭਗਵਾਨ ਮੈਨੂੰ ਦੁੱਧ ਦੇ ਸਕਦਾ
ਤਾਂ ਫਿਰ ਮੈਨੂੰ ਰੋਟੀ ਵੀ ਦੇਵੇਗਾ। ਮੈਂ ਨਹੀਂ ਕਹਿੰਦਾ ਮੰਗਣ ਜਾਂਦਾ। ਇਹਨੂੰ ਕਹਿੰਦੇ ਸਾਧ, ਇਹਨੂੰ ਕਹਿੰਦੇ ਨੇ ਸੰਤ। ਉਹਨਾਂ ਨੂੰ ਕੀ ਲੋੜ ਹੈ ਇਕੱਠਿਆਂ ਕਰਦੇ ਫਿਰਨ ਮਾਇਆ ਨੂੰ। ਉਹਨਾਂ ਲਈ ਤਾਂ ਜਿਵੇਂ ਅੱਗ ਹੈ, ਪਾਣੀ ਹੈ, ਇੱਕ ਸਮਾਨ ਹੈ। ਅੱਗੇ ਕਹਿੰਦੇ ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਇ, ਕਹਿ ਜਾਣੈ ਆਪਨ ਧਨੀ, ਕਹਿ ਦਾਸ ਦੀਵਾਨੀ ਹੋਏ। ਸਾਰੀ ਸ੍ਰਿਸ਼ਟੀ ਨੂੰ ਕਹਿੰਦੇ ਨੇ, ਸਾਰੀ ਕਲਾ ਨੂੰ ਵੀ ਕਹਿੰਦੇ ਨੇ, ਲੀਲਾ ਨੂੰ ਵੀ ਕਹਿੰਦੇ ਨੇ। ਇਹ ਜਿਹੜਾ ਸਿਰਜਣਹਾਰ ਪਰਮਾਤਮਾ ਹੈ, ਸਿਰਜਣਹਾਰ ਜਿਹੜਾ ਸਿਰਜਣਾ ਕਰਦਾ, ਕਿਸੇ ਚੀਜ਼ ਨੂੰ ਬਣਾਉਂਦਾ ਹੈ, ਇਹ ਜਿਹੜੀ ਸ੍ਰਿਸ਼ਟੀ ਹੈ ਇਹ ਤੇ ਪਰਮਾਤਮਾ ਦੀ ਲੀਲਾ ਹੈ। ਇਹ ਤਾਂ ਉਹਦੀ ਲੀਲਾ ਹੈ। ਕੋਈ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਇ। ਪਰ ਕਹਿੰਦੇ ਕਿਸੇ ਨੂੰ ਇਹ ਪਤਾ ਨਹੀਂ ਕਿ ਇਹ ਤੇ ਪਰਮਾਤਮਾ ਦੀ ਲੀਲਾ ਹੈ। ਇਸ ਨੂੰ ਕੋਈ ਨਹੀਂ ਜਾਣਦਾ। ਕੌਣ ਜਾਣਦਾ? ਕਹਿ ਹੁੰਦਾ ਜਾਂ, ਕਹਿ ਜਾਣੈ ਆਪਨ ਧਨੀ, ਧਨੀ ਹੁੰਦਾ ਮਾਲਕ, ਪਾ ਪਰਮਾਤਮਾ। ਜਾਂ ਤੇ ਪਰਮਾਤਮਾ ਜਾਣਦਾ ਵੀ ਇਹ ਕੀ ਲੀਲਾ ਹੈ। ਕਹਿ ਦਾਸ ਦੀਵਾਨੀ ਹੋਏ। ਦੀਵਾਨੀ ਫਾਰਸੀ ਦਾ ਸ਼ਬਦ ਹੈ। ਪਰਮਾਤਮਾ ਦਾ ਦਰਬਾਰ, ਪਰਮਾਤਮਾ ਦੇ ਦਰਬਾਰ ਨੂੰ ਕਹਿੰਦੇ ਨੇ ਫਾਰਸੀ ਦੀਵਾਨੀ। ਜਿਹੜੇ ਪਰਮਾਤਮਾ ਦੇ ਦਰਬਾਰ ਦਾ ਸੇਵਕ ਹੈ, ਪਾ ਪਰਮਾਤਮਾ ਦਾ ਭਗਤ, ਜਾਂ ਉਹ ਜਾਣਦਾ। ਇੱਥੇ ਦੀਵਾਨੀ ਦੇਖਣ ਨੂੰ ਇਸਤਰੀ ਲਿੰਗ ਲੱਗਦਾ ਹੈ ਨਾ, ਪਰ ਅੱਜ ਹੀ ਮੈਂ ਫਾਰਸੀ ਡਿਕਸ਼ਨਰੀ ਵੇਖ, ਜਦੋਂ ਮੈਨੂੰ ਦੁਬਾਰਾ ਇਹ ਕਿਤਾਬ ਲਿਖਣੀ ਪਈ ਨਾ, ਪਹਿਲਾਂ ਉਚਾਰਨ ਲਿਖੇ ਸੀ, ਫਿਰ ਹੁਣ ਮੈਂ ਦੁਬਾਰਾ ਲਿਖ ਰਿਹਾ ਅਰਥ ਵੀ ਨਾਲ। ਫਿਰ ਇੱਕ ਇੱਕ ਸ਼ਬਦ ਮੈਨੂੰ ਦੇਖਣਾ ਪੈਂਦਾ ਵੀ ਇਹ ਹਿੰਦੀ ਦਾ, ਸੰਸਕ੍ਰਿਤ ਦਾ, ਪੰਜਾਬੀ ਦਾ, ਇਹ ਫਾਰਸੀ ਦਾ ਹੈ, ਕਿਹਦਾ ਹੈ। ਮੈਨੂੰ ਇੱਥੇ ਡਾਊਟ ਹੋ ਗਿਆ ਵੀ ਦੀਵਾਨੀ, ਦੀਵਾਨਾ ਮਸਤਾਨੇ ਨੂੰ ਵੀ ਕਹਿੰਦੇ ਨੇ, ਦੀਵਾਨੀ ਮਸਤਾਨੀ ਇਹ। ਪਰ ਮੈਂ ਨਹੀਂ, ਇੱਥੇ ਗੱਲ ਨਹੀਂ ਬਣਦੀ। ਫਿਰ ਮੈਂ ਫਾਰਸੀ ਦੀ ਡਿਕਸ਼ਨਰੀ ਵੇਖੀ, ਉਹ 'ਚ ਲਿਖਿਆ ਸੀ ਪਰਮਾਤਮਾ ਦਾ ਦਰਬਾਰ। ਦਾਸ ਜਿਹੜਾ ਪਰਮਾਤਮਾ ਦੇ ਦਰਬਾਰ ਵਿੱਚ ਸੇਵਾ ਕਰਦਾ ਹੈ, ਉਹ ਭਾਵ ਪਰਮਾਤਮਾ ਦਾ ਭਗਤ। ਜਾਂ ਪਰਮਾਤਮਾ ਜਾਣਦਾ ਇਸ ਲੀਲਾ ਨੂੰ, ਜਾਂ ਪਰਮਾਤਮਾ ਦਾ ਭਗਤ ਜਾਣਦਾ ਹੈ। ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਹ ਸੰਸਾਰ ਪਰਮਾਤਮਾ ਦੀ ਲੀਲਾ ਹੈ। ਕਬੀਰ ਭਲੀ ਭਈ ਜੋ ਭਉ ਪਿਆ, ਦਿਸ਼ਾ ਗਈ ਸਭ ਭੂਲ। ਹੁਣ ਗਈ ਇੱਕ ਵਚਨ ਹੁੰਦਾ, ਜਦੋਂ ਬਿੰਦੀ ਲੱਗਦੀ ਹੈ ਗਈ ਬਹੁਵਚਨ ਹੋ ਗਈਆਂ। ਜਿਵੇਂ ਸਿੱਖੀ, 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 ਸਿੱਖਾਂ ਨੇ, ਇਸ ਤਰ੍ਹਾਂ ਇਹ ਗਈ ਬਹੁਵਚਨ ਬਣ ਗਿਆ। ਦਿਸ਼ਾ ਗਈ ਸਭ ਭੂਲ। ਓਰਾ ਗੜੇ ਨੂੰ ਕਹਿੰਦੇ ਨੇ, ਆਪਾਂ ਗੜੇ ਕਹਿੰਦੇ ਹਾਂ, ਹਿੰਦੀ ਓਲੇ ਕਹਿੰਦੇ ਨੇ। ਕਈ ਵਾਰੀ ਜੇ ਲਿਖਣ ਵੇਲੇ ਲੱਲਾ ਰਾਰੇ 'ਚ ਬਦਲ ਜਾਂਦਾ ਹੈ। ਜਿਵੇਂ ਕਾਗਜ਼, ਕਾਗਜ਼ ਤੋਂ ਗੁਰਬਾਣੀ ਕਾਗਦ ਹੋ ਗਿਆ, ਇਸ ਤਰ੍ਹਾਂ ਅੱਖਰ ਬਦਲ ਜਾਂਦੇ ਕਈ ਵਾਰੀ। ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਕੂਲ ਹੁੰਦੀ ਨਦੀ। ਹੁਣ ਕਹਿੰਦੇ ਕੀ ਹੋਇਆ? ਕਬੀਰ ਭਲੀ ਪਈ ਜੋ ਭਉ ਪਿਆ। ਕਹਿੰਦਾ ਜਦੋਂ ਮੈਨੂੰ ਪਰਮਾਤਮਾ ਦਾ ਡਰ ਮੇਰੇ ਅੰਦਰ ਪੈਦਾ ਹੋ ਗਿਆ ਨਾ, ਮੇਰਾ ਭਲਾ ਹੋ ਗਿਆ। ਕਿਉਂ ਡਰ ਤੋਂ ਬਿਨਾਂ ਬੰਦਾ ਸੁਧਰਦਾ ਨਹੀਂ ਹੈ। ਇਹ ਖਿਆਲ ਰੱਖਣਾ। ਇਹ ਬੰਦਾ ਛਿੱਤਰਾਂ ਤੋਂ ਬਿਨਾਂ ਨਹੀਂ ਠੀਕ ਹੁੰਦਾ। ਸਰਕਾਰ ਤਾਂ ਕੁਛ ਨਹੀਂ ਕਹਿਣਾ ਚਾਹੀਦਾ, ਚਲੋ ਜਵਾਕਾਂ ਨੂੰ ਨਹੀਂ ਕਹਿਣਾ ਚਾਹੀਦਾ। ਹੁਣ ਜੇ ਪੁਲਿਸ ਵਾਲੇ ਚੋਰ ਫੜ ਲੈਣ ਅਤੇ ਉਹਨੂੰ ਕਹੇ ਚੋਰ ਜੀ ਤੁਸੀਂ ਚੋਰੀ ਕੀਤੀ, ਮੰਨੂਗਾ? ਮੰਨੇਗਾ? ਅੜੇ ਜਦੇ ਢਾਹ ਲੈਂਦੇ ਨੇ, ਫਿਰ ਮੰਨਦਾ। ਜਿਹੜੇ ਬਾਹਰਲੇ ਦੇਸ਼ਾਂ 'ਚ ਕਾਨੂੰਨ ਮੰਨਦੇ, ਤੁਸੀਂ ਕਹਿੰਦੇ ਬਾਹਰਲੇ ਦੇਸ਼ਾਂ 'ਚ ਬੜਾ ਜੀ ਹੈ, ਉਹ ਜੁਰਮਾਨਾ ਹੀ ਬਹੁਤ ਕਰਦੇ ਨੇ। ਉਹ ਕੁਛ ਨਹੀਂ ਉਂਝ ਕਹਿੰਦੇ ਨਾ। ਤੁਸੀਂ ਰੈੱਡ ਲਾਈਟ ਕ੍ਰੋਸ ਕਰ ਲਈਏ, ਤੁਹਾਨੂੰ ਪੁਲਿਸ ਵਾਲੇ ਕੋਈ ਫੜਨਾ ਨਹੀਂ, ਕੁਛ ਨਹੀਂ ਕਰਨਾ।
ਕੁੱਟਣਾ ਮਾਰਨਾ ਨੇ, ਤੁਹਾਡੀ ਬੇਇੱਜ਼ਤੀ ਨਾ। ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਇੰਨੇ ਡਾਲਰ ਤੁਹਾਨੂੰ ਜੁਰਮਾਨਾ ਕੀਤਾ, ਜਦੋਂ ਪਹੁੰਚ ਜਾਣਾ ਅਗਲੇ ਕੱਟ ਲੈਣਾ, ਤੁਹਾਡਾ ਪੈਸੇ ਕੱਟ ਲੈਣੇ। ਜੇ 3 ਵਾਰ ਤੁਸੀਂ ਕੁਤਾਹੀ ਕੀਤਾ, ਤੁਹਾਡਾ ਡਰਾਈਵਿੰਗ ਲਾਇਸੈਂਸ ਹੀ ਕੈਂਸਲ ਹੋ ਜਾਣਾ, ਜੋ ਫਿਰੀ ਜਾਓ, ਹੁਣ ਕਾਰ ਚਲਾ ਹੀ ਨਹੀਂ ਸਕਦੇ ਤੁਸੀਂ। ਇਸ ਲਈ ਲੋਕ ਡਰਦੇ ਨੇ ਉੱਥੇ, ਜੁਰਮਾਨੇ ਬਹੁਤ ਨੇ। ਭਿੰਡਰ ਕੁੜੀ ਹੁੰਦੀ ਸੀ ਜਿਹਨੇ ਕਈ ਖੰਡ ਪਾਠ ਕੀਤੇ ਸਨ, ਕਹਿੰਦੀ ਮੈਂ ਕੈਨੇਡਾ ਚਲੇ ਗਈ, ਕਾਰ 'ਚ ਜਾ ਰਹੀ ਹਾਂ, ਮੈਨੂੰ ਨਾ ਰਿਹਾ ਖਿਆਲ, ਕਹਿੰਦੇ ਮੈਂ ਸ਼ੀਸ਼ਾ ਨੀਵਾਂ ਕੀਤਾ, ਥੁੱਕਤਾ ਬਾਹਰ, $100 ਮੈਂ ਘਰ ਪਹੁੰਚੀ, $100 ਮੈਨੂੰ ਜੁਰਮਾਨਾ ਹੋ ਗਿਆ। $100 ਤਾਂ ਮੈਂ ਕਮਾਇਆ ਵੀ ਨਹੀਂ ਸੀ, ਅਤੇ ਇੰਨਾ ਮੈਨੂੰ ਜੁਰਮਾਨਾ ਭਰਨਾ ਪੈ ਗਿਆ। ਤਾਂ ਸਿੱਧੇ ਹੋਏ ਨੇ ਲੋਕ। ਕਿਤੇ ਕਹੋ ਵੀ ਬਾਹਰਲੇ ਲੋਕ ਬੜੇ ਚੰਗੇ ਨੇ, ਚੰਗੇ ਚੁੰਗੇ ਕੋਈ ਨਹੀਂ ਹੈਗੇ, ਕਿਸੇ ਭੁਲੇਖੇ 'ਚ ਨਾ ਰਹੇ ਹੋ। ਬੰਦਾ ਚਾਹੇ ਕਿਸੇ ਵੀ ਦੇਸ਼ ਦਾ, ਉਹ ਆਦਤਾਂ ਉਹੀ ਹੁੰਦੀਆਂ ਨੇ। ਛਿੱਤਰਾਂ ਨਾਲ ਜਿਹਨੂੰ ਮਰਜ਼ੀ ਠੀਕ ਕਰ ਲਓ, ਛਿੱਤਰਾਂ ਦੇ ਨਾਲ ਜਿਹਨੂੰ ਮਰਜ਼ੀ ਠੀਕ ਕਰ ਲਓ। ਸਾਡੀ ਸਰਕਾਰ ਫੈਸਲਾ ਕਰ ਲੈ, ਸਭ ਕੁਛ ਹੋ ਸਕਦਾ। ਹੁਣ ਨੂੰ ਕੀ ਹੈ, ਹੁਣ ਨੂੰ ਕੀ ਹੈ? ਇੱਥੇ ਤਾਂ ਅਗਲੇ ਫੜ ਲੈਂਦੇ ਨੇ ਅਤੇ ਉਹ ਪਹਿਲੇ ਮੋਬਾਈਲ ਮਿਲਾਉਣ ਲੱਗਦੇ ਕਿਸੇ ਨਾਲ। ਮੈਂ ਦੇਖਿਆ ਇੱਕ ਮੋਟਰਸਾਈਕਲ ਅੱਜ ਰੋਕ ਲਿਆ ਇੱਕ ਪੁਲਿਸ ਵਾਲੇ ਨੇ, ਉਹ ਕਿਤੇ ਠਹਿਰ ਜੀ, ਉਹ ਲੱਗ ਗਿਆ। ਮੈਂ ਲੈ ਹੁਣ ਕਿਸੇ ਨਾਲ ਗੱਲ ਕਰੂਗਾ, ਮੈਂ ਫਲਾਉਣਾ ਅਤੇ ਚਲਿਆ ਜਾਏਗਾ। ਉਹ ਵੀ ਕੁਛ ਨਹੀਂ ਕਹਿ ਰਿਹਾ, ਚੱਲ ਕਰ ਲੈਣ, ਕਿਹਦੇ ਨਾਲ ਗੱਲ ਕਰਾਉਂਦਾ ਹੈ। ਹਾਂਜੀ, ਕਿਹਨੇ ਕਰਾਉਣਾ। ਚੰਡੀਗੜ੍ਹ ਪੁਲਿਸ ਵਾਲੇ ਬਾਕੀ ਕਿਸੇ ਸਟੇਟ ਦਾ ਕਾਨੂੰਨ ਤੋੜੇ ਨਾ, ਹੁਣ ਫੜ ਲੈਂਦੇ, ਛੱਡਦੇ ਨਹੀਂ ਉਹਨੂੰ। ਪਰ ਜੇ ਚੰਡੀਗੜ੍ਹ ਦਾ ਹੀ ਕਾਨੂੰਨ ਤੋੜੇ ਤਾਂ ਉਹਨੂੰ ਪਹਿਲਾਂ ਜੁਰਮਾਨਾ ਕਰਨ ਤੋਂ ਹੋਰ ਪਹਿਲਾਂ ਕਹਿੰਦੇ ਤੇਰਾ ਕੋਈ ਜਾਣੂ ਹੈ? ਜੇ ਕਹਿੰਦਾ ਹੈ, ਚੱਲ ਕਰ ਟੈਲੀਫੋਨ, ਫਿਰ ਜੇ ਨਹੀਂ ਤਾਂ ਆ ਜਾ ਫਿਰ। ਉੱਥੇ ਚਾਹੇ ਕੋਈ ਵੀ ਫਿਰ ਜਾਣੂ ਹੈ, ਫਿਰ ਉਹਨੂੰ ਕੁਛ ਨਹੀਂ ਕਹਿੰਦੇ ਉਹ। ਹਾਂਜੀ, ਪੁਲਿਸ ਵਾਲਿਆਂ ਨੇ ਕਰਦੇ ਇੱਕ ਦੂਜੇ ਦਾ। ਹਾਂਜੀ, ਸੋ ਇਸ ਲਈ ਇਹ ਨਹੀਂ ਸਮਝਣਾ, ਬਹੁਤੇ ਲੋਕਾਂ ਦੇ ਭੁਲੇਖਾ ਹੈ ਕਿ ਬਾਹਰਲੇ ਲੋਕ ਬੜੇ ਚੰਗੇ ਨੇ, ਵੀ ਹਾਂ ਕੋਈ ਕਾਨੂੰਨ ਨਹੀਂ ਤੋੜਦਾ। ਹੁਣ ਕਹਿ ਤੂੰ ਤੋੜ ਕੇ ਵੇਖ ਲੈ, ਤੈਨੂੰ ਪਤਾ ਲੱਗ ਜੂ ਫਿਰ, ਹਾਂ ਵੀ ਕੀ ਭਾਅ ਵਿਕਦੀ ਉੱਥੇ। ਸੋ ਇਸ ਲਈ ਇਹ ਤਾਂ ਡਰ ਹੈ। ਜਿੰਨਾ ਚਿਰ ਡਰ ਨਹੀਂ, ਇਹ ਬੰਦਾ ਨਹੀਂ ਸੁਧਰਦਾ ਹੈਗਾ। ਕਹਿੰਦੇ ਜਦੋਂ ਰੱਬੀ ਡਰ ਮੇਰੇ ਅੰਦਰ ਪੈਦਾ ਹੋ ਗਿਆ, ਦਿਸ਼ਾ ਗਈ ਸਭ ਭੂਲ, ਸਾਰੀ ਹਾਲਤ ਮੈਨੂੰ ਭੁੱਲ ਗਈ। ਇੱਥੇ ਦਿਸ਼ਾ ਤੋਂ ਭਾਵ ਕੋਈ ਦਿਸ਼ਾਵਾਂ ਨਹੀਂ ਗਿਣਨੀ, ਇੱਥੇ ਦਸ਼ਾ ਤੋਂ ਭਾਵ ਹੈ ਹਾਲਤ। ਸਭ ਪ੍ਰਕਾਰ ਦੀ ਹਾਲਤ ਮੈਨੂੰ ਭੁੱਲ ਗਈ। ਹਾਂਜੀ, ਪਹਿਲੀ ਗੱਲਾਂ ਹੀ ਭੁੱਲ ਗਈ। ਕਿਉਂ? ਰੱਬੀ ਡਰ ਪੈਦਾ ਹੋ ਗਿਆ ਹੈ। ਰੱਬ ਮੈਨੂੰ ਵੇਖ ਰਿਹਾ, ਰੱਬ ਮੇਰੇ ਕਰਮ ਲਿਖੇਗਾ, ਮੈਨੂੰ ਕਰਮ ਭੋਗਣੇ ਪੈਣੇ ਨੇ। ਡਰ ਗਏ ਬਸ। ਜਦੋਂ ਅਸੀਂ ਰੱਬ ਤਾਂ ਜਾਂ ਗੁਰੂ ਤੋਂ ਵਾਕਈ ਡਰਨ ਲੱਗ ਜਾਵਾਂਗੇ, ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡੇ 'ਤੇ ਕੋਈ ਗਲਤ ਕੰਮ ਹੋ ਜਾਏ। ਸਾਡਾ ਤਾਂ ਇਹ ਹਾਲ ਹੈ, ਅੱਗੋਂ ਦੇਖੇ ਪਿੱਛੋਂ ਦੇਖੇ। ਹਟ ਪਟਣ ਬਿਜ ਮੰਦਰ ਭੰਨੇ, ਹਟੀਏ ਪਟਣ ਸ਼ਹਿਰ ਨੂੰ ਕਹਿੰਦੇ ਨੇ। ਬਿਜ ਦੇ ਵੱਡੇ ਵੱਡੇ ਘਰ, ਹਟੀਆਂ ਨੂੰ ਲੁੱਟਦਾ ਬੰਦਾ। ਹਟ ਪਟਣ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ, ਚੋਰੀ ਕਰਕੇ ਆ ਰਿਹਾ। ਅੱਗੋਂ ਦੇਖੇ ਪਿੱਛੋਂ ਦੇਖੇ, ਵੀ ਕੋਈ ਦੇਖਦਾ ਨਹੀਂ ਰਿਹਾ। ਤੁਝ ਤੇ ਕਹਾਂ ਛਿਪਾਵੇ, ਇਹ ਪਰ ਤੇਰੇ ਤੋਂ ਕਿਵੇਂ ਛਿਪਾ ਲੇਗਾ? ਇਹ ਲੋਕਾਂ ਤੋਂ ਤਾਂ ਛਿਪਾ ਲੇਗਾ। ਲੋਕਾਂ ਦੇ ਕਰਮ ਨਹੀਂ ਲਿਖਣੇ, ਸਾਡੇ ਕਰਮ ਪਰਮਾਤਮਾ ਲਿਖਣੇ। ਉਹ ਅੰਦਰ ਹੀ ਬੈਠਾ, ਉਹ ਵੇਖ ਰਿਹਾ। ਪਰ ਨਾ ਕੋਈ ਗੁਰੂ ਤੋਂ ਡਰਦਾ, ਨਾ ਕੋਈ ਰੱਬ ਤੋਂ ਡਰਦਾ। ਇਹ ਸੱਚ ਹੈ, ਕੋਈ ਨਹੀਂ ਡਰਦਾ, ਕੋਈ ਨਹੀਂ ਡਰਦਾ। ਜਿਹਦੇ ਅਸੀਂ ਡਰਨ ਲੱਗ ਗਏ, ਉਹਦੇ ਤਾਂ ਕਰਮ ਤਾਂ ਕਿਤੇ ਗਲਤ ਵਿਚਾਰ ਵੀ ਨਹੀਂ ਅੰਦਰ ਆਉਣਾ। ਉਹ ਵਿਚਾਰ ਤੋਂ ਵੀ ਅਸੀਂ ਡਰਨ ਲੱਗ ਜਾਣਾ ਹੈ, ਕਿਉਂਕਿ ਪਰਮਾਤਮਾ ਵਿਚਾਰਾਂ ਨੂੰ ਵੀ ਵੇਖ ਰਿਹਾ ਕਿ ਇਹਦੇ ਅੰਦਰ ਨਾ ਚੋਰੀ ਦਾ ਵਿਚਾਰ ਆ ਰਿਹਾ ਬਾਹਰ, ਇਹ ਕਰੂ ਚੋਰੀ ਕਿਸੇ ਦਿਨ। ਕਿਉਂਕਿ ਪਹਿਲਾਂ ਵਿਚਾਰ ਆਉਂਦਾ, ਫਿਰ ਅਸੀਂ ਕਰਮ ਕਰਦੇ ਹਾਂ। ਅਚਾਨਕ ਨਹੀਂ ਕਰਮ ਕਰਦੇ, ਪਹਿਲਾਂ ਵਿਚਾਰ ਆਉਂਦਾ, ਫਿਰ ਮਨੁੱਖ ਕਰਮ ਕਰਦਾ। ਜਦੋਂ ਮਾੜਾ ਵਿਚਾਰ ਆਉਂਦਾ, ਮਨ ਮੈਲਾ ਹੋ ਗਿਆ ਹੈ। ਅਸੀਂ ਪਾਠ ਕਰਕੇ, ਸਿਮਰਨ ਕਰਕੇ ਮਨ ਸਾਫ਼ ਕੀਤਾ ਸੀ, ਮਾੜਾ ਵਿਚਾਰ ਲਿਆ ਕੇ ਮਨ ਫਿਰ ਮੈਲਾ ਕਰ ਲਿਆ। ਜਦੋਂ ਕਰਮ ਹੋ ਜਾਂਦਾ ਹੈ, ਫਿਰ ਭੋਗਣਾ ਪੈਂਦਾ।
ਫਿਰ ਭੋਗੇ ਬਿਨਾ ਭਾਗੇ ਨਹੀਂ, ਕਰਮ ਗਤੀ ਬਲਵਾਨ। ਹਰ ਇੱਕ ਕਰਮ ਫਿਰ ਭੋਗਣਾ ਪੈਂਦਾ ਹੈ। ਕਰਮ ਕਰਨਾ ਆਸਾਨ ਹੁੰਦਾ ਹੈ, ਭੋਗਣ ਵੇਲੇ ਫਿਰ ਨਾਨੀ ਯਾਦ ਆਉਂਦੀ ਹੈ। ਭੋਗਣ ਵੇਲੇ ਬੰਦੇ ਨੂੰ ਫਿਰ ਨਾਨੀ ਯਾਦ ਆਉਂਦੀ ਹੈ। ਇਸ ਲਈ ਕਹਿੰਦੇ ਸਾਰੀ ਹਾਲਤ ਹੀ ਪਹਿਲੀ ਭੁੱਲ ਗਈ ਮੈਨੂੰ, ਜਦ ਡਰ ਪੈ ਗਿਆ ਪਰਮਾਤਮਾ ਦਾ। ਓਰਾ ਗਰ ਪਾਣੀ ਭਇਆ, ਓਰਾ ਮੈਨੇ ਓਲਾ ਭਾਵ ਗੜਾ। ਗੜਾ ਸਖਤ ਹੁੰਦਾ ਹੈ, ਸਖਤ ਹੁੰਦਾ। ਜਦੋਂ ਪਈ ਗਰਮੀ, ਹੁਣ ਢਲਕ ਗਿਆ, ਪਾਣੀ ਬਣ ਗਿਆ, ਪਾਣੀ ਬਣ ਗਿਆ। ਪਹਿਲਾਂ ਬੰਦੇ ਹੰਕਾਰ ਸੀ, ਬੰਦਾ ਸਖਤ ਸੁਭਾਅ ਦਾ ਸੀ, ਫਿਰ ਰੱਬੀ ਡਰ ਪੈਦਾ ਹੋ ਗਿਆ, ਬੰਦਾ ਨਰਮ ਹੋ ਗਿਆ ਹੈ। ਗੜਾ ਵੀ ਪਹਿਲਾਂ ਸਖਤ ਹੈ, ਸਮਾਂ ਪਾ ਕੇ ਜੋ ਗਰਮੈਸ਼ ਹੋਈ, ਪਾਣੀ ਬਣ ਗਿਆ। ਜਦੋਂ ਪਾਣੀ ਬਣ ਗਿਆ, ਰੁੜਦਾ ਰੁੜਦਾ ਨਦੀ ਜਾ ਮਿਲਿਆ, ਆਪਣੇ ਅਸਲੇ ਨਾਲ ਮਿਲ ਗਿਆ ਜਾ ਕੇ। ਇਸ ਤਰ੍ਹਾਂ ਜਦੋਂ ਰੱਬੀ ਡਰ ਸਾਡੇ ਅੰਦਰ ਪੈਦਾ ਹੋ ਜਾਏਗਾ, ਫਿਰ ਅਸੀਂ ਮਾੜੇ ਕੰਮ ਆਪਣੇ ਆਪ ਹੀ ਛੱਡ ਦਾਂਗੇ ਅਤੇ ਦਿਨ ਰਾਤ ਭਜਨ ਬੰਦਗੀ ਕਰ ਕਰਕੇ ਜਿਵੇਂ ਗੜੇ ਦਾ ਪਾਣੀ ਨਦੀ ਜਾ ਰਲਿਆ, ਅਸੀਂ ਪਰਮਾਤਮਾ ਦੇ ਨਾਲ ਜਾ ਰਲਾਂਗੇ। ਕਬੀਰਾ ਧੂਰ ਸਕੇਲ ਕਹਿ, ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ, ਅੰਤ ਖੇ ਕੀ ਖੇ। ਪੇਖਣਾ ਪਹਿਲਾਂ ਹੀ ਗੁਰਬਾਣੀ, ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ। ਪੇਖਣਾ ਹੁੰਦਾ ਜਾਦੂਗਰ ਦਾ ਤਮਾਸ਼ਾ। ਜਿੰਨਾ ਚਿਰ ਜਾਦੂਗਰ ਤਮਾਸ਼ਾ ਵਿਖਾਉਂਦਾ ਤਾਂ ਬਿਲਕੁਲ ਸੱਚ ਲੱਗਦਾ। ਉਹ ਛੋਟਿਆਂ ਹੁੰਦਿਆਂ ਸਕੂਲਾਂ 'ਚ ਜਾਦੂਗਰ ਜੋ ਆਉਂਦੇ ਰਹਿੰਦੇ ਸਨ, ਤਮਾਸ਼ਾ ਵਿਖਾਉਂਦੇ ਸਨ। ਈਵਨ ਜੇ ਮੈਂ ਟੀਚਰ ਲੱਗਿਆ ਫਿਰ ਵੀ ਸਕੂਲਾਂ 'ਚ ਆਉਂਦੇ, ਟੀਚਰ ਹੋਣ ਦੇ ਨਾਤੇ ਵੀ ਕਿ ਹੱਥ ਦੀ ਸਫਾਈ ਹੈ, ਜਾਦੂ ਨਹੀਂ ਹੈ। ਗਿਆਨ ਹੋਣ ਦੇ ਬਾਵਜੂਦ ਵੀ ਉਹ ਸੱਚ ਲੱਗ ਰਿਹਾ ਹੁੰਦਾ ਸੀ। ਉਸ ਵੇਲੇ ਜੋ ਵਿਖਾ ਰਿਹਾ ਹੁੰਦਾ ਸੀ ਉਹ ਸੱਚ ਲੱਗਦਾ ਸੀ। ਜਿਵੇਂ ਸੁਪਨਾ ਵੀ ਜਦੋਂ ਸੁਪਨਾ ਆ ਰਿਹਾ ਹੋਵੇ ਉਦੋਂ ਸੱਚ ਲੱਗਦਾ, ਉਹਦੇ ਜਾਗਣ ਤੋਂ ਬਾਅਦ ਪਤਾ ਲੱਗਦਾ ਨਾ ਵੀ ਇਹ ਸੱਚ ਨਹੀਂ ਸੀ, ਇਹ ਤਾਂ ਸੁਪਨਾ ਸੀ। ਇਸੇ ਤਰ੍ਹਾਂ ਕਹਿੰਦੇ ਧੂਰ ਸਕੇਲ, ਧੂਰ ਪਾ ਮਿੱਟੀ, ਸਕੇਲ ਦਾ ਇਕੱਠੀ ਕਰਕੇ, ਪੰਜਾਂ ਤੱਤਾਂ ਰੂਪੀ ਮਿੱਟੀ ਇਕੱਠੀ ਕਰਕੇ ਪੁਰੀਆ ਬਾਂਧੀ ਦੇ, ਇਹ ਸਰੀਰ ਰੂਪੀ ਨਗਰੀ ਤਿਆਰ ਕਰ ਲਈ। ਪੁਰੀਆ ਇੱਕ ਤਾਂ ਪੁੜੀ ਹੁੰਦਾ, ਜਿਹੜੇ ਡਾਕਟਰ ਵੈਦ ਪੁੜੀ ਬਣਾਉਣ ਦੇ ਵਿੱਚ ਦਵਾਈ ਪਾਉਂਦੇ ਨੇ, ਇੱਕ ਤਾਂ ਉਹ ਪੁਰੀਆ ਹੁੰਦੀ ਹੈ। ਦੂਜਾ ਪੁਰੀਆ ਜਿਹੜੀ ਹੈ ਇਹ ਸਰੀਰ ਹੁੰਦਾ ਹੈ, ਇਹ ਨਗਰੀ ਹੁੰਦੀ ਹੈ। ਸਰੀਰ ਰੂਪੀ ਨਗਰੀ ਤਿਆਰ ਹੋ ਗਈ। ਭਾਵ ਪੰਜ ਤੱਤ ਇਕੱਠੇ ਕੀਤੇ, ਸਰੀਰ ਬਣ ਗਿਆ। ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦੇ ਰੂਪੀ ਪੁੜੀ ਤਿਆਰ ਹੋ ਗਈ ਹੈ। ਮਿੱਟੀ ਇਕੱਠੀ ਕੀਤੀ, ਇਹ ਸਰੀਰ ਆਮ ਨਹੀਂ ਕਹਾਵਤ ਹੈ, ਇਹ ਸਰੀਰ ਤਾਂ ਮਿੱਟੀ ਦਾ ਪੁਤਲਾ ਹੈ ਜੀ। ਦਿਵਸ ਚਾਰ ਕੋ ਪੇਖਣ, ਇਹ ਤਾਂ 4 ਦਿਨਾਂ ਦੀ ਖੇਡ ਹੈ। ਦੇਖਣ ਇਹ ਤਾਂ 4 ਦਿਨਾਂ ਦਾ ਤਮਾਸ਼ਾ ਹੈ। ਅੰਤ ਖੇ ਕੀ ਖੇ, ਅਖੀਰ ਨੂੰ ਮਿੱਟੀ ਨੇ ਮਿੱਟੀ ਹੋ ਜਾਣਾ ਹੈ। ਸਮਝਾਇਆ ਵੀ ਭਲਿਆ ਮਾਨਸ, ਇਹ ਤਾਂ ਤੂੰ ਤਾਂ 4 ਦਿਨਾਂ ਦਾ ਪ੍ਰਾਹੁਣਾ ਹੈ। ਤੈਨੂੰ ਸਮਾਂ ਮਿਲਿਆ, ਆਪਣਾ ਭਜਨ ਬੰਦਗੀ ਕਰ ਲੈ, ਨਹੀਂ ਤਾਂ ਅਖੀਰ ਨੂੰ ਤੂੰ ਮਿੱਟੀ ਦਾ ਬਣਿਆ, ਮਿੱਟੀ ਹੀ ਹੋ ਜਾਣਾ। ਕਿਸੇ ਨੇ ਸੁਆਹ ਹੋ ਜਾਣਾ, ਕਿਸੇ ਨੇ ਮਿੱਟੀ ਹੋ ਜਾਣਾ। ਜਿਨ੍ਹਾਂ ਨੂੰ ਕਬਰਾਂ 'ਚ ਦੱਬਦੇ ਨੇ ਉਹਨਾਂ ਮਿੱਟੀ ਹੋ ਜਾਣਾ, ਸਾਡੇ ਵਰਗਾ ਸਾੜ ਦਿੰਦੇ ਨੇ, ਅਸੀਂ ਸੁਆਹ ਹੋ ਜਾਣਾ। ਗੱਲ ਤਾਂ ਉਹੀ ਹੈ। ਇਹ ਤਾਂ ਕੁਝ ਦਿਨਾਂ ਦੀ ਖੇਡ ਹੈ, ਨਹੀਂ ਤਾਂ ਅਖੀਰ ਨੂੰ ਮਿੱਟੀ ਨੇ ਮਿੱਟੀ ਹੋ ਜਾਣਾ ਹੈ। ਇਸ ਲਈ ਸਮਝਾਇਆ ਸਾਨੂੰ ਕਿ ਭਾਈ ਥੋੜ੍ਹੇ ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ, ਸਮਾਂ ਬਹੁਤ ਥੋੜ੍ਹਾ ਹੈ, ਸਾਡੀ ਮੰਜ਼ਿਲ ਬਹੁਤ ਲੰਮੀ ਹੈ। ਸੱਚਖੰਡ ਤੱਕ ਪਹੁੰਚਣਾ ਮਾਤ ਲੋਕ ਤੋਂ ਕਿੰਨਾ ਲੰਮਾ ਸਫ਼ਰ ਹੈ। ਇੰਨਾ ਲੰਮਾ ਸਫ਼ਰ ਤਾਂ ਹੀ ਤੈਅ ਹੋ ਸਕਦਾ ਹੈ ਜੇ ਅਸੀਂ ਵੱਧ ਤੋਂ ਵੱਧ ਸਮਾਂ ਭਜਨ ਬੰਦਗੀ ਵਾਲੇ ਪਾਸੇ ਲਾਈਏ, ਤਾਂ ਕਿਤੇ ਸਾਡਾ ਸਫ਼ਰ ਮੁੱਕ ਸਕਦਾ ਹੈ। ਅਤੇ ਵਾਰੀ ਵਾਰੀ ਬਾਣੀ 'ਚ ਗਿਆ ਵੀ ਪਤਾ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨ ਜਾਣ। ਇੱਕ ਦਮ, ਇੱਕ ਸਵਾਸ ਦੇ ਅਸੀਂ ਆਦਮੀ ਹਾਂ। ਸਾਹ ਆ ਰਿਹਾ ਜਿਉਂਦੇ ਹਾਂ, ਸਾਹ ਨਹੀਂ ਆਇਆ ਖਤਮ ਕਹਾਣੀ।
ਵਾਰੀ ਵਾਰੀ ਬਾਣੀ 'ਚ ਸਾਨੂੰ ਦੱਸਿਆ ਗਿਆ ਕਿ ਭਾਈ ਤੁਸੀਂ ਥੋੜ੍ਹੇ ਜਿਹੇ ਸਮੇਂ ਲਈ ਸੰਸਾਰ 'ਚ ਆਏ ਹੋ, ਜਿੰਨਾ ਵੀ ਸਮਾਂ ਤੁਹਾਡੇ ਕੋਲੇ ਹੈ ਇਹਦਾ ਵੱਧ ਤੋਂ ਵੱਧ ਸਦਉਪਯੋਗ ਕਰੋ। ਬਦਕਿਸਮਤੀ ਮਨੁੱਖ ਦੀ ਇਹ ਹੈ ਕਿ ਮਨੁੱਖ ਕੋਲੇ ਜੋ ਕੁਛ ਹੈ ਉਹਨੂੰ ਵਰਤਣੇ ਨਹੀਂ ਆਉਂਦਾ। ਦੇਖੋ, ਮੈਂ ਬੜੇ ਧਿਆਨ ਨਾਲ ਸੰਸਾਰ ਨੂੰ ਵੇਖਦਾ ਵੀ ਇਹ ਲੋਕਾਂ ਕੋਲੇ ਜੋ ਕੁਛ ਵੀ ਹੈ ਇਹਨਾਂ ਨੂੰ ਵਰਤਣਾ ਹੀ ਨਹੀਂ ਆਉਂਦਾ। ਪੈਸਾ ਹੈ, ਪੈਸਾ ਨਹੀਂ ਵਰਤਣਾ ਆਉਂਦਾ। ਸਿਹਤ ਹੈ, ਇਹ ਨਹੀਂ ਵਰਤਣੀ ਆਉਂਦੀ। ਜਿੰਨੇ ਚਿਰ ਬੰਦਾ ਤੰਦਰੁਸਤ, ਚੋਰੀਆਂ ਕਰ, ਡਾਕੇ ਮਾਰ, ਠੱਗੀਆਂ ਕਰ, ਮਿਲਾਵਟਾਂ ਕਰ, ਲੁੱਟਾਂ ਖੋਹਾਂ ਕਰ ਤੇ ਇੱਕ ਦਿਨ ਕੁੱਟ ਮਾਰ, ਕਤਲ ਕਰ, ਬਿਮਾਰ ਬੰਦਾ ਤਾਂ ਨਹੀਂ ਕਰ ਸਕਦਾ। ਸਿਹਤ ਮਿਲੀ ਹੈ, ਉਹਨੂੰ ਦੁਰਉਪਯੋਗ ਦਾ ਕਰ ਦੇਣਾ, ਉਹਨੂੰ ਵਰਤਣਾ। ਨਾ ਪੈਸਾ ਵਰਤਣਾ ਹੁੰਦਾ, ਨਾ ਸਿਹਤ ਵਰਤਣੀ। ਜੇ ਸਮਾਂ ਮਿਲ ਗਿਆ ਹੈ, ਉਹ ਨਹੀਂ ਵਰਤਣਾ ਹੁੰਦਾ, ਉਹ ਪੁੱਠੇ ਪਾਸੇ ਲਾਏ ਰੱਖਣਾ। ਮੈਂ ਦੇਖਿਆ ਬੰਦੇ ਕੋਲੇ ਜੋ ਕੁਛ ਹੈ ਉਹ ਇਹਨੂੰ ਵਰਤਣਾ ਹੀ ਨਹੀਂ ਆਉਂਦਾ। ਇਹ ਕੁਚੱਜਾ ਹੈ, ਅਤੇ ਕੁਚੱਜਾ ਬੰਦਾ ਨਾ ਆਪ ਸੁਖੀ ਹੁੰਦਾ, ਨਾ ਜਿਹੜਾ ਦੂਜੇ ਨੂੰ ਸੁਖੀ ਰਹਿਣ ਦਿੰਦਾ। ਅਸੀਂ ਕੁਚੱਜੇ ਹਾਂ, ਇਸ ਲਈ ਆਪ ਵੀ ਦੁਖੀ ਅਤੇ ਸਾਡੇ ਤੋਂ ਸਮਾਜ ਵੀ ਦੁਖੀ। ਸਾਡੇ ਕੋਲ ਜੋ ਕੁਛ ਹੈ ਸਾਨੂੰ ਉਹੀ ਨਹੀਂ ਵਰਤਣਾ ਆਉਂਦਾ। ਮੈਂ ਕਿੰਨੇ ਵਾਰੀ ਕਿਹਾ ਕਿ ਪੈਸਾ ਵਰਤਣ ਲਈ ਹੁੰਦਾ, ਖਰਚਣ ਲਈ ਨਹੀਂ ਹੁੰਦਾ। ਕਈਆਂ ਦੇ ਮੈਨੂੰ ਟੈਲੀਫੋਨ ਆਉਣ ਲੱਗ ਪਏ ਨੇ, ਬਾਬਾ ਜੀ ਸਾਨੂੰ ਗੱਲ ਸਮਝ ਆ ਗਈ ਹੈ। ਕਹਿੰਦਾ ਪਹਿਲਾਂ ਤਾਂ ਸਾਨੂੰ ਗੱਲ ਹੀ ਨਹੀਂ ਸਮਝ ਆਈ ਵੀ ਵਰਤਣ ਅਤੇ ਖਰਚਣ 'ਚ ਕੀ ਫਰਕ ਹੈ। ਕਹਿੰਦੇ ਹੁਣ ਸਾਨੂੰ ਸਮਝ ਆ ਗਈ। ਮੈਂ ਸ਼ੁਕਰ ਹੈ ਸਮਝ ਆ ਗਈ। ਇੱਕ ਨਿਰਾ ਸਮਝ ਆਉਣਾ ਹੁੰਦਾ, ਇੱਕ ਸਮਝ ਦੇ ਅਨੁਸਾਰ ਚੱਲਣਾ ਹੁੰਦਾ। ਸਮਝ ਆਉਣਾ ਹੋਰ ਗੱਲ, ਸਮਝ ਦੇ ਅਨੁਸਾਰ ਜੀਵਨ ਜਿਉਣਾ ਹੋਰ ਗੱਲ ਹੁੰਦਾ। ਪੈਸਾ ਵਰਤਣ ਨਾਲ ਕਦੇ ਨਹੀਂ ਮੁੱਕਿਆ ਕਰਦਾ, ਯਾਦ ਰੱਖੋ। ਚਾਹੇ ਤੁਹਾਡੇ ਕੋਲ 100 ਰੁਪਈਆ ਵੀ ਹੈ, ਪੈਸਾ ਵਰਤਣ ਨਾਲ ਨਹੀਂ ਮੁੱਕਦਾ, ਪੈਸਾ ਖਰਚਣ ਨਾਲ ਮੁੱਕਦਾ ਹੈ। ਅਸੀਂ ਕੁਚੱਜੇ ਹਾਂ, ਸਾਨੂੰ ਪੈਸਾ ਵਰਤਣਾ ਨਹੀਂ ਆਉਂਦਾ, ਅਸੀਂ ਉਹਨੂੰ ਖਰਚ ਕਰਦੇ ਹਾਂ ਅਤੇ ਭੁੱਖੇ ਨੰਗੇ ਹੋ ਜਾਂਦੇ ਹਾਂ। ਕਰਜ਼ੇ ਸਾਡੇ ਸਿਰ ਚੜ੍ਹ ਜਾਂਦੇ ਨੇ। ਫਿਰ ਠੀਕ ਹੈ, ਆਤਮ ਹੱਤਿਆ ਕਰੋ, ਜੋ ਲੈਂਦੇ ਤਾਂ ਹੈ ਨਹੀਂ। ਹੁਣ ਫਿਰ ਤਾਂ ਇੱਕੋ ਹੀ ਹੱਲ ਹੈ ਵੀ ਆਤਮ ਹੱਤਿਆ ਕਰ ਲਓ, ਚੱਲ ਖਹਿੜਾ ਛੁੱਟਿਆ। ਸੋ ਇਸ ਲਈ ਸਾਨੂੰ ਵਾਰੀ ਵਾਰੀ ਬਾਣੀ ਸਮਝਾਉਂਦੀ ਹੈ, ਬੰਦਿਆ ਤੇਰੇ ਕੋਲ ਸਮਾਂ ਬਹੁਤ ਥੋੜ੍ਹਾ ਹੈ, ਤੂੰ 4 ਦਿਨਾਂ ਦਾ ਪ੍ਰਾਹੁਣਾ ਹੈ, ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਆਪਣਾ ਜਿਹੜਾ ਉਦੇਸ਼ ਜਿਸ ਲਈ ਤੂੰ ਆਏ ਉਹ ਪੂਰਾ ਕਰ ਲੈ। ਸਤਿਕਾਰਯੋਗ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।